जी बिस्मिल्लाहिर्रहमानिर्रहीम नाज़रीन, ਅਸੀਂ ਤੁਹਾਡੀ ਖidmat 'ਚ ਲੈ ਕੇ ਯੂਰੋ ਪੰਜਾਬੀ ਸ਼ੋ ਤੇ ਮੇਰੇ ਨਾਲ ਨੇ ਮੇਰੇ ਸਾਥੀ ਮਲਕ ਮਸੂਦ ਸਾਹਿਬ, ਮੈਂ ਹਾਂ ਤੁਹਾਡਾ ਮੇਜ਼ਬਾਨ ਸ਼ਫੀਕ ਜੱਟ ਤੇ ਸਾਡੇ ਨਾਲ ਅੱਜ ਸਾਡੇ ਜਿਹੜੇ ਮਹਿਮਾਨ ਨੇ ਬੜੇ ਪਿਆਰੇ ਜਿਹੇ ਮਹਿਮਾਨ ਨੇ, ਪਾਕਿਸਤਾਨ ਓਵਰਸੀਜ਼ ਕਮਿਊਨਿਟੀ ਦੇ ਉਹ ਸਦਰ ਵੀ ਨੇ ਤੇ ਅਸੀਂ ਅੱਜ ਜਿਹੜੀ ਬੈਲਜੀਅਮ ਦੇ ਵਿੱਚ ਲਾਕਡਾਊਨ ਚੱਲ ਰਿਹਾ ਉਸ ਹਵਾਲੇ ਨਾਲ ਤਾਜ਼ਾ ਗੁਫ਼ਤਗੂ ਕਰਾਂਗੇ। ਜੀ ਮਲਕ ਸਾਹਿਬ। ਜੀ ਜੱਟ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ ਕਿ ਹੁਣ ਦੇਖੋ ਦੁਬਾਰਾ ਲਾਕਡਾਊਨ ਸ਼ੁਰੂ ਹੋ ਗਿਆ ਜੀ। ਤਾਂ ਤੁਹਾਨੂੰ ਅਸੀਂ ਪਹਿਲੇ ਨਾਜ਼ਰੀਨ ਦੱਸਿਆ ਸੀ ਜਦੋਂ ਕੋਈ ਨਵੀਂ ਚੀਜ਼ ਹੁੰਦੀ ਹੈ ਅਸੀਂ ਜੀ ਨਈਮ ਸਾਹਿਬ ਨੂੰ ਹਮੇਸ਼ਾ ਦਾਵਤ ਇਹਨਾਂ ਤੋਂ ਬਿਹਤਰ ਤਾਂ ਕੋਈ ਨਹੀਂ ਜਾਣਦਾ। ਬਹੁਤ ਮਸਰੂਫ ਹੁੰਦੇ ਨੇ, ਲੇਕਿਨ ਇਹਨਾਂ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਜਦੋਂ ਇਹਨਾਂ ਨੂੰ ਕਿ ਸਾਡੇ ਟਾਈਮ ਕੱਢ ਲੈਂਦੇ ਸਰ। ਤੁਸੀਂ ਬੜੇ ਮਸਰੂਫ ਹੋ, ਤੁਸੀਂ ਵੀ ਟਾਈਮ ਕੱਢਦੇ ਹੋ। ਬਸ ਇਹ ਹੈ, ਅਸੀਂ ਅੱਜ ਲਾਕਡਾਊਨ 'ਚ ਫਿਰ ਥੋੜਾ ਫਾਸਲਾ ਰੱਖ ਕੇ ਬੈਠੇ ਹਾਂ। ਜੀ ਜੀ, ਤੁਹਾਨੂੰ ਪਤਾ ਜਿੰਨਾ ਰੱਖਣਾ ਚਾਹੀਦਾ ਸੀ। ਠੀਕ ਹੈ, ਨਹੀਂ 4 ਬੰਦਿਆਂ ਨੂੰ ਬੈਠਣ ਦੀ ਇਜਾਜ਼ਤ ਆ। 4 ਬੰਦੇ ਅਸੀਂ 3 ਨਾ ਬਲਕਿ ਇੱਕ ਹੋਰ ਬਿਠਾ ਸਕਦੇ, ਅਗਲੀ ਵਾਰੀ ਹੋਰ ਬੰਦਾ ਲੈ ਆਉਂਦੇ ਹਾਂ। ਠੀਕ ਹੈ, ਹਾਂ। ਤਾਂ ਉਹੀ ਹੈ ਜੀ। ਫਿਰ ਨਈਮ ਸਾਹਿਬ ਨੂੰ ਪੁੱਛਦੇ ਹਾਂ, ਕਿਉਂਕਿ ਜਦੋਂ ਲਾਕਡਾਊਨ ਹੋਇਆ ਨਈਮ ਸਾਹਿਬ, ਅਸੀਂ ਇਹ ਵੀ ਦੇਖਿਆ ਕਿ ਇੱਕਦਮ 30,000 ਤੱਕ ਤਾਦਾਦ ਗਈ ਹੈ ਕਰੋਨਾ ਵਾਇਰਸ ਦੀ। ਔਰ ਜਦੋਂ ਲਾਕਡਾਊਨ ਦਾ ਐਲਾਨ ਹੋਇਆ ਇੱਕ ਦਿਨ 'ਚ 30,000 ਕੇਸ ਇੱਕ ਦਿਨ ਗਿਆ, ਔਰ ਜਦੋਂ ਲਾਕਡਾਊਨ ਦਾ ਐਲਾਨ ਹੋਇਆ ਅਗਲੇ ਦਿਨ 6,000 ਹੋ ਗਿਆ ਸੀ, ਹੁਣ 5,000, ਯਾਨੀ ਕਿ ਬਿਲਕੁਲ ਨਹੀਂ ਉਹ ਫਰਕ ਪੈ ਜਾਂਦਾ। ਮਤਲਬ ਫਰਕ ਪੈ ਗਿਆ, ਲੇਕਿਨ ਹਸਪਤਾਲਾਂ 'ਚ ਲੇਕਿਨ ਉਸ ਤਰ੍ਹਾਂ ਹੀ ਰਸ਼ ਹੈ। ਦੇਖੋ ਇੱਕ ਤੇ ਹੈ ਜਿਹੜੀ ਲਾਕਡਾਊਨ ਸਟ੍ਰੈਟਜੀ ਜਿਹੜੀ ਹੈ ਨਾ, ਕਰੋਨਾ ਸਟ੍ਰੈਟਜੀ ਜਿਹੜੀ ਯੂਰਪੀਅਨ ਕੰਟਰੀਜ਼ ਨੇ ਸਪੈਸ਼ਲੀ ਬੈਲਜੀਅਮ ਨੇ ਅਡਾਪਟ ਕੀਤੀ ਹੈ, ਉਹਦਾ ਫਾਇਦਾ ਹੈ ਜੀ। ਆਵਾਮ ਵਾਸਤੇ ਵੀ ਫਾਇਦਾ ਹੈ। ਇੱਕ ਦਿਨ ਦੇ ਨਾਲ ਜਿਹੜੀ ਹੈ ਨਾ ਪਬਲਿਕ ਸਪੈਂਡਿੰਗ ਜਿਹੜੀ ਹੈ ਨਾ ਉਹ ਘਟੇਗੀ ਜੀ ਜੀ, ਕਿਉਂਕਿ ਨਾਰਮਲੀ ਇਸ ਤਰ੍ਹਾਂ ਕਿ ਕਰੋਨਾ ਦੇ ਨਾਲ ਸਪੈਸ਼ਲੀ ਜਿਹੜਾ ਮੌਸਮ ਹੁਣ ਸ਼ੁਰੂ ਹੋ ਗਿਆ, ਇਹ ਤੇਜ਼ੀ ਨਾਲ ਫੈਲ ਰਿਹਾ ਦਾ ਮੌਸਮ ਹੈ, ਸਰਦੀ ਸ਼ੁਰੂ ਹੋ ਗਈ ਹੈ, ਇਹਦੇ 'ਚ ਕਰੋਨਾ ਕੇਸਿਸ ਜਿਹੜੇ ਨੇ ਉਹ ਬੜੀ ਤੇਜ਼ੀ ਨਾਲ ਵੱਧਦੇ ਨੇ ਜੇ ਤੁਸੀਂ ਮੈਜਰਸ ਨਾ ਲਵੋ ਤਾਂ। ਹੁਣ ਜਿਹੜੀਆਂ ਮੈਜਰਸ ਲਈਆਂ ਨੇ ਇਹਨਾਂ ਨੇ, ਇਹਦੇ ਨਾਲ ਇਹ ਹੋਏਗਾ ਕਿ ਦੇਖਣ 'ਚ ਤਾਂ ਇਹੀ ਲੱਗਦਾ ਹੈ ਕਿ ਬਿਜ਼ਨਸ ਬੰਦ ਨੇ, ਲੋਕਾਂ 'ਚ ਇੱਕ ਆਮ ਆਦਮੀ ਕਾਮਨ ਮੈਨ ਨੇ ਸਮਝਦਾ ਹੈ ਕਿ ਜੀ ਹੁਣ ਜਿਹੜਾ ਨਾ ਕਾਰੋਬਾਰ ਠੱਪ ਹੋ ਗਏ ਨੇ, ਨਹੀਂ ਚੱਲ ਰਹੇ। ਲੇਕਿਨ ਜੇ ਤੁਸੀਂ ਗਹਿਰਾਈ 'ਚ ਇਹਦਾ ਤਜਜ਼ੀਆ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਇਹ ਜਿਹੜੀਆਂ ਇਕਦਾਮਾਤ ਕੀਤੇ ਨੇ ਇਹਨਾਂ ਦੇ ਫਾਇਦੇ ਨੇ ਸਿਹਤ ਦੇ ਲਿਹਾਜ਼ ਨਾਲ, ਮਤਲਬ ਜਾਨੀ ਇਨਸਾਨ ਦੀ ਜ਼ਰੂਰੀ ਹੈ ਸਰ। ਸਿਹਤ ਦੇ ਲਿਹਾਜ਼ ਨਾਲ ਫਾਇਦੇ ਨੇ। ਹੋਰ ਵੀ ਜਿਹੜਾ ਮਤਲਬ ਕਿ ਗਵਰਨਮੈਂਟ ਜਿਹੜੀ ਹੈ ਨਾ ਉਹਦੀ ਜਿਹੜੀ ਬਹੁਤ ਸਾਰੀ ਪਬਲਿਕ ਮਨੀ ਬਿਮਾਰੀ ਦੀ ਵਜ੍ਹਾ ਨਾਲ ਇੱਥੇ ਜ਼ਾਇਆ ਹੋ ਜਾਂਦੀ ਹੈ ਜੀ ਜੀ, ਕਿਉਂਕਿ ਇੱਥੇ ਹੈਲਥ ਇੰਸ਼ੋਰੈਂਸ ਤੇ ਅਸਰ ਪੈਂਦਾ ਹੈ, ਹਸਪੀਟਲਸ 'ਚ ਜਗ੍ਹਾ ਘੱਟ ਨੇ, ਲੋਕ ਬਿਮਾਰ ਹੁੰਦੇ ਨੇ। ਜਿਸ ਤਰ੍ਹਾਂ ਮਲਕ ਸਾਹਿਬ ਨੇ ਦੱਸਿਆ ਨਾ 30,000 ਕੇਸ ਆ ਰਹੇ, ਉਹਨੂੰ ਸਾਹਮਣਾ ਬੜਾ ਮੁਸ਼ਕਲ ਹੈ। ਮਤਲਬ ਲੋਕ ਬਿਮਾਰ ਹੁੰਦੇ ਨੇ, ਲੋਕ ਲੀਵ ਤੇ ਚਲੇ ਜਾਂਦੇ ਨੇ, ਦਫ਼ਤਰ ਖੁੱਲੇ ਹੁੰਦੇ ਨੇ, ਲੋਕ ਬਿਮਾਰ ਹੁੰਦੇ ਨੇ, ਬਿਜਲੀ ਦਾ ਖਰਚਾ, ਪਾਣੀ ਦਾ ਖਰਚਾ, ਸਕੂਲਾਂ 'ਚ ਸਪੈਸ਼ਲੀ ਬੱਚੇ ਬਿਮਾਰ ਹੋ ਜਾਂਦੇ ਨੇ। ਸਕੂਲ ਤੇ ਹੁਣ ਖੁੱਲਿਆ ਹੋਇਆ, ਉੱਥੇ ਇੱਕ ਬੱਚੇ ਦੀ ਹੀਟਿੰਗ ਦਾ ਖਰਚਾ ਜਿਹੜਾ ਪਰ ਐਵਰੇਜ ਜਿਹੜੀ ਹੈ ਉਹ ਕਈ $100 ਹੈ ਜਾਂ ਕਈ €100 ਹੈ। ਅੱਛਾ ਨਈਮ ਸਾਹਿਬ, ਜਿਹੜੀ ਇਹ ਲਾਕਡਾਊਨ ਹੋਇਆ ਇਹ ਖਾਸ ਕਰ ਜਿਹੜੇ ਸਿਹਤ ਦਾ ਸ਼ੁਬਾ ਹੈ ਜੀ ਜੀ, ਇਹਨੇ ਬਹੁਤ ਜ਼ਿਆਦਾ ਰੌਲਾ ਪਾਇਆ ਨਾ ਗਿਆ ਕਿ ਹਸਪਤਾਲਾਂ ਨੂੰ ਰੌਲਾ ਪਾਤਾ ਸੀ ਕਿ ਸਾਡੇ ਇੰਨੇ ਜ਼ਿਆਦਾ ਮਰੀਜ਼ ਹੋ ਗਏ ਕਿਉਂਕਿ ਉਹ ਸਾਡੇ ਕੋਲ ਹੁਣ ਕਿਹਨੂੰ ਬਚਾਈਏ ਤੇ ਕਿਹਨੂੰ ਅਸੀਂ ਰੱਖੀਏ। ਠੀਕ ਹੈ, ਇੱਥੇ ਤੱਕ ਮਸਲਾ ਆ ਗਿਆ ਸੀ ਜੀ। ਇਹ ਮਸਲਾ ਜ਼ਿਆਦਾ ਜ਼ੋਰ ਇਹਨਾਂ ਨੇ ਪਾਇਆ ਸੀ ਤੇ ਫਿਰ ਜੀ ਮਸਲਾ ਇਹ ਵੀ ਹੈ ਨਾ। ਦੇਖੋ ਮਿਨਿਸਟਰ ਦੇਖੋ ਜੇ ਤੁਸੀਂ ਇਹ ਯੂਰਪ ਦੀ ਥੋੜਾ ਹਿਸਟਰੀ ਦੇਖੋ ਨਾ, ਤੇ ਯੂਰਪ ਦੇ ਵਿੱਚ ਇਹ ਮਸਲਾ ਹਮੇਸ਼ਾ ਤੋਂ ਰਿਹਾ ਕਿ ਇੱਥੇ ਲੋਕਾਂ ਨੂੰ ਹੈਲਥ ਫੈਸਿਲਿਟੀਜ਼ ਬਹੁਤ ਮਿਲੀਆਂ ਨੇ, ਜਿਹੜੀ ਇੰਸ਼ੋਰੈਂਸ ਅੱਛੀ ਹੈ, ਤੇ ਲੋਕਾਂ ਦੇ ਵਿੱਚ ਇੱਕ ਤੁਸੀਂ ਸਮਝ ਲਓ ਕਿ ਨਾਜ਼ੁਕ ਮਿਜ਼ਾਜੀ ਵੀ ਹੈ, ਹੈਬਿਟ ਬਣ ਜਾਂਦੀ ਹੈ ਨਾ। ਠੀਕ ਹੈ, ਤੇ ਲੋਕ ਬਹੁਤ ਜਲਦੀ ਇੱਥੇ ਹਸਪੀਟਲ ਚਲੇ ਜਾਂਦੇ ਨੇ, ਸਿਕ ਲੀਵ ਭੇਜ ਦਿੱਤੀ, ਹਸਪੀਟਲ ਚਲੇ ਗਏ, ਡਿਪਰੈਸ਼ਨ 'ਚ ਚਲੇ ਗਏ, ਜੇ ਥੱਕ ਗਏ। ਜ਼ਾਰਾ ਇੱਥੇ ਤੁਹਾਨੂੰ ਪਤਾ ਲਾਈਫ ਕਿੰਨੀ ਡਿਮਾਂਡਿੰਗ ਹੈ, ਸਪੈਸ਼ਲੀ ਲੇਡੀਜ਼ ਜਿਹੜੀਆਂ ਨੇ, ਉਹ ਜਦੋਂ ਇੱਕ ਸਰਟਨ ਏਜ ਹੋ ਜਾਂਦੀ ਹੈ, ਬੰਦਾ ਥੱਕਦਾ ਹੈ, ਉਹ ਸਿਕ ਲੀਵ ਲੰਬੀ ਲੌਂਗ ਲੀਵ ਭੇਜ ਦਿੰਦੀ ਹੈ। ਠੀਕ ਹੈ ਨਾ, ਤੇ ਇਹਨਾਂ ਨੇ ਫਿਰ ਇਹਦਾ ਇਹੀ ਹੱਲ ਕੱਢਿਆ ਕਿ ਬਈ ਤੁਸੀਂ ਘਰ ਬੈਠੋ, ਘਰੋਂ ਕੰਮ ਕਰੋ, ਰਿਲੈਕਸ ਰਹੋ, ਬਾਹਰ ਘੱਟ ਨਿਕਲੋ, ਤੁਹਾਡੇ ਕੰਟੈਕਟਸ ਕਮ ਹੋਣਗੇ, ਬਿਮਾਰੀ ਘਟੇਗੀ, ਤੁਹਾਡੀ ਜਾਨ ਦੀ ਵੀ ਹਿਫਾਜ਼ਤ ਹੈ। ਦੂਸਰੀ ਜਿਹੜੀ ਇਖਲਾਕੀ ਬਿਮਾਰੀਆਂ, ਤੁਹਾਨੂੰ ਪਤਾ ਇੱਥੇ ਮਤਲਬ ਕਿ ਬਹੁਤ ਜ਼ਿਆਦਾ ਸਿੰਗਲ ਵੂਮਨ, ਸਿੰਗਲ ਮੈਨ ਤੇ ਸਿੰਗਲ ਵੂਮਨ ਨੇ, ਉਹ ਲੋਕ ਜਿਹੜੇ ਨੇ ਡਿਪਰੈਸ਼ਨ 'ਚ ਰਹਿੰਦੇ ਨੇ। ਹੁਣ ਜਦੋਂ ਇਹ ਮੌਸਮ ਸਟਾਰਟ ਹੁੰਦਾ ਹੈ, ਇੱਥੇ ਨਾਈਟ ਕਲੱਬਸ ਬਹੁਤ ਜ਼ਿਆਦਾ ਹੋ ਗਏ ਨੇ, ਹੁਣ ਕਾਫੇ ਜਾਂਦੇ ਨੇ, ਕਾਫੇ 'ਚ ਬੜਾ ਰਸ਼ ਉਹਦੀ ਫਿਰ ਰੁਕਿਆ ਉਸ ਚੀਜ਼ਾਂ ਨੂੰ, ਬਿਮਾਰੀਆਂ ਲੱਗਦੀਆਂ ਨੇ। ਫਿਰ ਕਈ ਦਫਾ ਝਗੜੇ ਹੁੰਦੇ ਨੇ, ਉਹ ਝਗੜਿਆਂ ਦੇ ਵਿੱਚ ਉਹ ਰੇਪ ਕੇਸਿਸ ਜਿਹੜੇ ਦਰਜ ਕਰਾ ਦਿੱਤੇ ਜਾਂਦੇ ਨੇ, ਉਹ ਰੇਪ ਪੁਲਿਸ ਦਾ ਕੰਮ ਵੱਧ ਜਾਂਦਾ ਹੈ, ਪਬਲਿਕ ਮਨੀ ਜਿਹੜੀ ਹੈ ਨਾ, ਬਹੁਤ ਸਾਰੀ ਪਬਲਿਕ ਮਨੀ ਜ਼ਾਇਆ ਹੋ ਜਾਂਦੀ ਹੈ। ਜੀ ਅਸੀਂ ਦੇਖਿਆ ਚੰਦ ਮਾਹ ਪਹਿਲੇ ਕਾਫੀਆਂ ਵਗੈਰਾ ਖੁੱਲੀਆਂ ਸਨ ਜੀ ਜੀ, ਅਸੀਂ ਦੇਖਿਆ ਕਿ ਇੰਨਾ ਜ਼ਿਆਦਾ ਰਸ਼ ਹੁੰਦਾ ਸੀ, ਖਾਸ ਕਰ ਦੁਕਾਨਾਂ 'ਚ ਤੁਸੀਂ ਲਾਈਨ ਬਣਾ ਕੇ ਜਾਂਦੇ ਜੀ ਜੀ, ਲੇਕਿਨ ਤੁਸੀਂ ਕਾਫੀ ਜਗ੍ਹਾ ਬੈਠੇ ਬਿਲਕੁਲ ਤੁਸੀਂ ਨਾਲ ਜੁੜੇ, ਕੋਈ ਤੁਸੀਂ ਮਾਸਕ ਨਹੀਂ ਲਿਆ, ਕੋਈ ਸੋਸ਼ਲ ਡਿਸਟੈਂਸ, ਇੱਕ ਟੇਬਲ ਤੇ 10-10 15-15 ਬੰਦੇ ਜ਼ਿਆਦਾ ਮੇਰੇ ਖਿਆਲ ਵਧਣ ਦੀ, ਕਰੋਨਾ ਵਧਣ ਦੀ ਵਜ੍ਹਾ ਵੀ ਕਾਫੀ ਕਿ ਲੋਕ ਬਹੁਤ ਜ਼ਿਆਦਾ ਹੁਣ ਇਕੱਠੇ ਰਹਿਣ ਲੱਗ ਪਏ ਨੇ। ਇਸ ਸੋਸਾਇਟੀ ਜਿਹੜੀ ਹੈ ਨਾ ਹੁਣ ਬਹੁਤ ਚੇਂਜ ਹੋ ਗਈ ਹੈ ਪਿਛਲੇ 10 ਸਾਲਾਂ ਦੇ ਵਿੱਚ। ਇੱਥੇ ਬਹੁਤ ਜ਼ਿਆਦਾ ਰੁਝਾਨ ਹੋ ਗਿਆ, ਪਹਿਲੇ ਇੰਨਾ ਰੁਝਾਨ ਨਹੀਂ ਸੀ। ਹੁਣ ਤਾਂ ਦੇਖੋ ਨਾ ਤੁਸੀਂ ਕਿ ਯੰਗ ਮੁੰਡੇ ਨੇ, ਉਹ ਸਰ ਮਤਲਬ ਕਿ ਸ਼ਾਮ ਨੂੰ ਕਾਫੀਆਂ ਚਲੇ ਜਾਂਦੇ ਨੇ, ਉੱਥੇ ਹਰ ਕਿਸਮ ਦਾ, ਹਰ ਉਮਰ ਦਾ, ਕ੍ਰਾਸ ਸੈਕਸ਼ਨ ਦਾ, ਹਰ ਤਬਕੇ ਦਾ ਬੰਦਾ ਬੈਠਿਆ ਹੁੰਦਾ।
ਉੱਥੇ ਫਿਰ ਬਹੁਤ ਜ਼ਿਆਦਾ ਮਿਕਸਅਪ ਹੋ ਜਾਂਦੇ ਨੇ, ਉਹਦੇ ਨਾਲ ਬਿਮਾਰੀ ਸਿਰਫ ਕਰੋਨਾ ਹੀ ਨਹੀਂ, ਹੀਪਾਟਾਈਟਸ ਬਹੁਤ ਜ਼ਿਆਦਾ ਫੈਲਦੀ ਹੈ। ਹੀਪਾਟਾਈਟਸ ਜਿਹੜੀ ਹੈ ਇਹ ਬਹੁਤ ਜ਼ਿਆਦਾ ਫੈਲਦੀ ਹੈ। ਕਰੋਨਾ ਤੇ ਹੁਣ ਮਤਲਬ ਕਿ ਹਾਈਲਾਈਟ ਹੋ ਰਿਹਾ ਨਾ, ਹੀਪਾਟਾਈਟਸ, ਏਡਸ ਤੁਹਾਨੂੰ ਪਤਾ ਪਹਿਲੇ ਹੀ ਅਰਸੇ ਤੋਂ ਹੈ, ਤੇ ਬਹੁਤ ਸਾਰੀਆਂ ਹੋਰ ਬਿਮਾਰੀਆਂ ਨੇ ਜਿਹੜੀਆਂ ਕਿ ਮਤਲਬ ਫੈਲਦੀਆਂ ਨੇ। ਤੁਹਾਡਾ ਮਤਲਬ ਇਹ ਕਿ ਜਿਹੜਾ ਲਾਕਡਾਊਨ ਹੋਇਆ ਉਹ ਠੀਕ ਹੋਇਆ, ਬਿਹਤਰ ਹੋਇਆ, ਤਾਂ ਕਿ ਲੋਕਾਂ ਦੀ ਜਾਨ ਮੈਂ ਸਮਝਦਾ ਕਿ ਲਾਕਡਾਊਨ ਜਿਹੜਾ ਨਾ ਉਹ ਠੀਕ ਹੋਇਆ, ਤੇ ਅੱਜ ਇਹਦਾ ਪੋਜ਼ਿਟਿਵ ਅਸਰ ਹੋਏਗਾ। ਅੱਗੇ ਕ੍ਰਿਸਮਸ ਆ ਰਹੀ ਹੈ, ਫਿਰ ਅੱਗੇ ਨਿਊ ਈਅਰ ਆ ਰਿਹਾ, ਮੈਂ ਸਮਝਦਾ। ਅੱਛਾ, ਇੱਕ ਹੋਰ ਬੜੀ ਚੀਜ਼ ਸਾਹਮਣੇ ਆਈ ਹੈ ਆਪਣਾ ਨਿੰਮ ਸਾਹਿਬ, ਕਿ ਜਿਹੜੀ ਕਹਿੰਦੇ ਜਿਹੜੀ ਪਹਿਲੀ ਲਹਿਰ ਸੀ ਨਾ ਉਹ ਬਹੁਤ ਖਤਰਨਾਕ ਸੀ। ਇਸ ਦਫਾ ਜ਼ਰਾ ਥੋੜਾ ਜਿਹਾ ਉਹਦੇ 'ਚ ਉਹ ਮਤਲਬ ਜੀ ਲੋਕਾਂ ਨੇ ਐਕਚੁਅਲੀ ਲੋਕਾਂ ਨੂੰ ਥੋੜੀ ਜਿਹੀ ਅਵੇਅਰਨੈਸ ਵੀ ਹੋ ਗਈ ਹੈ। ਲੋਕਾਂ ਨੇ ਹੁਣ ਜਿਹੜਾ ਨਾ ਪਹਿਲੇ ਮੁਸ਼ਕਿਲ ਸੀ ਜਿਹੜੀ ਚੀਜ਼ ਸ਼ੁਰੂ ਹੁੰਦੀ ਹੈ ਉਸ ਵੇਲੇ ਜ਼ਰਾ ਪਹਿਲੇ ਖੌਫ ਬਹੁਤ ਜ਼ਿਆਦਾ ਸੀ, ਹੁਣ ਕਾਫੀ ਲੋਕਾਂ ਨੂੰ ਹੋਇਆ। ਦੋਸਤਾਂ ਨੂੰ ਮੈਂ ਦੇਖਿਆ ਕਿ ਉਹ ਬੜੇ ਕੌਨਫੀਡੈਂਸ। ਅੱਛਾ ਵੀ ਦੇਖਣਾ ਚਾਹਿਆ ਕਿ ਮੇਰਾ ਤਜਰਬਾ ਵੀ ਹੋਇਆ ਕਿ ਮੈਂ ਬੱਸ ਵਿੱਚ ਅਗਲੇ ਦਿਨ ਬੈਠਾ ਜੀ ਜੀ, ਔਰ ਬਿਲਕੁਲ ਬੰਦੇ ਦਾ ਬੰਦਾ ਚੜਿਆ ਸੀ, ਠੀਕ ਹੈ, ਲਾਕਡਾਊਨ ਤੋਂ ਅਗਲੇ ਦਿਨ ਬਾਅਦ ਮੈਂ ਵੈਸੇ ਹੀ ਮੈਂ ਚਲੋ ਜ਼ਰਾ ਬੱਸ ਤੇ ਚੱਕਰ ਲਾਣੇ, ਗੱਡੀ ਚਲਾਣੀ, ਔਰ ਉੱਥੇ ਇੰਨਾ ਸੀ ਕਿ ਬਿਲਕੁਲ ਜਗ੍ਹਾ ਨਹੀਂ ਸੀ, ਦੁਨੀਆ ਨੂੰ ਖੌਫ ਕੋਈ ਨਹੀਂ, ਉਹਦੀ ਬਾਹਰ ਫਿਰ ਰਹੀ ਹੈ, ਇੰਝ ਹੀ ਫਿਰ ਰਹੀ ਸੀ। ਉਹ ਹੁਣ ਵੀ ਅਸੀਂ ਦੇਖਦੇ ਹਾਂ ਗਲੀਆਂ 'ਚ, तो दुनिया इंज ही फिर रही है। लेकिन है कि चंद दुकाना बंद हैं, लेकिन अक्सर दुकाना भी खुली हैं, बिजनेस भी खुले, और बंदे डर नहीं रहे, ऐसे नहीं जा रहे बंदे। जो एनवायरनमेंट है ना बड़ा हेल्थी है, बल्कि मैंने याद आ रहा है कि 80s ਦੇ ਵਿੱਚ ਜਦੋਂ ਨਾ 80s ਦੇ ਵਿੱਚ ਅਸੀਂ ਸ਼ਾਮ ਨੂੰ ਇੱਥੇ ਫਿਰਦੇ ਸੀ ਤੇ ਬਿਲਕੁਲ ਇੰਨੇ ਕੁ ਲੋਕ ਹੁੰਦੇ ਸੀ ਸੜਕਾਂ ਦੇ ਵਿੱਚ, ਖਾਲੀ ਸੜਕਾਂ ਸੀ 80s ਦੇ ਵਿੱਚ। ਬਿਲਕੁਲ ਇਹ এনवायरमेंट ਮੈਨੂੰ ਲੱਗਦਾ ਕਿ ਮੈਂ ਪਿੱਛੇ ਚਲਾ ਗਿਆ। ਹਾਂ ਜੀ ਜੀ ਬਿਲਕੁਲ, ਤੁਹਾਡੀ ਜ਼ਿਆਦਾ ਤਾਦਾਦ ਵੀ ਸਨਾਟੇ ਸੜਕਾਂ ਤੋਂ ਤਰੰਜੇ ਨਹੀਂ ਸੀ ਜ਼ਿਆਦਾ, ਤੇ ਬਿਲਕੁਲ ਚਲੋ ਅੱਲਾਹ ਖੈਰ ਕਰੇ ਜੀ, ਸਭ ਲੋਕਾਂ ਨੂੰ ਆਪਣੀ ਜਾਨ ਦੀ ਹਿਫਾਜ਼ਤ ਕਰਨੀ ਚਾਹੀਦੀ। ਤੇ ਦੂਸਰਾ ਇਹ ਕਿ ਨਿੰਮ ਸਾਹਿਬ ਇਹ ਪਾਕਿਸਤਾਨ ਦੀ ਜਿਹੜੀ ਇੱਕ ਸਿਆਸੀ ਸੂਰਤ ਹਾਲ ਹੈ, ਤੁਸੀਂ ਸ਼ਾਇਦ ਉਹਨੂੰ ਪੂਰਾ ਦੇਖ ਰਹੇ ਹੋ। ਜੀ ਜੀ, ਉਹਦੇ ਵਿੱਚ ਇੱਕ ਸਿਆਸੀ ਜਮਾਤ ਤੇ ਫੌਜ ਆਮਣੇ ਸਾਹਮਣੇ ਨੇ ਤੇ ਇੱਕ ਦੂਸਰੇ ਦੇ ਖਿਲਾਫ, ਮਤਲਬ ਕਿ ਫੌਜ ਦੀ ਤਰਫੋਂ ਤਾਂ ਖੈਰ ਕੋਈ ਬਿਆਨ ਨਹੀਂ ਆ ਰਿਹਾ, ਲੇਕਿਨ ਇਹ ਕਿ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਨਵਾਜ਼ ਸ਼ਰੀਫ ਜੋ ਮੈਂ ਸਮਝਦਾ ਕਿ ਬੜੀ ਸ਼ੌਕਿੰਗ ਇੱਕ ਸਿਚੁਏਸ਼ਨ ਹੈ ਕਿ ਦੇਖੋ ਜਿਹੜਾ ਸਾਡਾ ਸਿਸਟਮ ਹੈ ਨਾ ਪਾਕਿਸਤਾਨ ਪਲੱਸ ਮਾਈਨਸ ਮਤਲਬ ਇੱਕ ਥਿਓਰੈਟੀਕਲੀ ਐਟਲੀਸਟ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਜਮਹੂਰੀ ਮੁਲਕ ਹੈ, ਤੇ ਉੱਥੇ ਜਿਹੜਾ ਬੈਲੈਂਸ ਹੈ ਨਾ ਐਗਜ਼ੈਕਟਿਵ ਜਿਹੜੀ ਹੈ ਐਗਜ਼ੈਕਟਿਵ ਜਸਟਿਸ ਤੇ ਜਿਹੜਾ ਫੌਜ ਦਾ, ਇਹਨਾਂ ਤਿੰਨਾਂ ਇਦਾਰਿਆਂ ਦੇ ਵਿੱਚ ਇੱਕ ਬੈਲੈਂਸ ਹੁੰਦਾ ਹੈ, ਉਹ ਬੜੀ ਬੁਰੀ ਤਰ੍ਹਾਂ ਦੇ ਨਾਲ ਡਿਸਟਰਬ ਹੋ ਗਿਆ। ਮਤਲਬ ਮੀਆਂ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹਨਾਂ ਸਰਬਰਾਹ ਨੇ ਉਸ ਪੋਲੀਟੀਕਲ ਪਾਰਟੀ ਦੇ, ਜਿਹੜੇ ਉਹਨਾਂ ਨੇ ਬਿਆਨ ਦਿੱਤੇ ਨੇ ਬੜੀ ਸ਼ੌਕਿੰਗ ਕਿਸਮ ਦੇ ਬਿਆਨ ਨੇ, ਬਲਕਿ ਮੈਂ ਸਮਝਦਾ ਕਿ ਇੱਕ ਥੋੜੀ ਜਿਹੀ ਕਾਮਨ ਸੈਂਸ ਹੋਵੇ ਤਾਂ ਉਹਨਾਂ ਨੂੰ ਇਸ ਕਿਸਮ ਮੈਂ ਸਮਝਦਾ ਇੱਕ ਨਦਾਨ ਆਦਮੀ ਵੀ ਇਸ ਤਰ੍ਹਾਂ ਦਾ ਬਿਆਨ ਨਹੀਂ ਦੇ ਸਕਦਾ। ਮਤਲਬ ਸਾਹਿਬ ਤੁਸੀਂ ਮਤਲਬ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਮੇਰੇ ਖਿਆਲ ਤੇ ਨਈਮ ਸਾਹਿਬ ਤੇ ਜੱਟ ਸਾਹਿਬ, ਅਸੀਂ ਜੋ ਦੇਖਦੇ ਪਾਕਿਸਤਾਨ ਦੇ ਹਾਲਾਤ ਦੇਖਦੇ ਹਾਂ, ਉਹਦੇ 'ਚ ਅਸੀਂ ਦੇਖਿਆ ਕਿ ਪਾਕਿਸਤਾਨ ਦਾ ਹਰ ਅਦਾਰਾ ਤਬਾਹ ਹੈ, ਠੀਕ ਹੈ, ਔਰ ਹਰ ਅਦਾਰੇ 'ਚ ਸਿਆਸੀ ਅਸਰ ਰਸੂਖ ਤੁਹਾਨੂੰ ਪਤਾ ਹੈ ਚੱਲਦਾ ਹੈ, ਔਰ ਮੇਰੇ ਖਿਆਲ ਫੌਜ ਵਾਹਿਦ ਅਦਾਰਾ ਹੈ ਜਿਹਦੇ 'ਚ ਸਿਆਸਤਦਾਨਾਂ ਦਾ ਬਸ ਨਹੀਂ ਚੱਲਿਆ ਕਿ ਅਸੀਂ ਇਹਨੂੰ ਦਬਾ ਲਈਏ, ਔਰ ਕਿਉਂਕਿ ਇਹ ਪਾਵਰਫੁਲ ਹਨ, ਇਹਨਾਂ ਨੂੰ ਦਬਾ ਨਹੀਂ ਸਕਦੇ। ਔਰ ਫਿਰ ਔਰ ਤੁਸੀਂ ਮਦਦ ਦੀ ਗੱਲ ਇਹ ਹੈ ਕਿ ਇਹਨਾਂ ਦੇ ਖਿਲਾਫ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੋਲਦੇ ਵੀ ਹੈ, ਲੇਕਿਨ ਮਦਦ ਵੀ ਇਹਨਾਂ ਕੋਲ ਮੰਗਦੇ ਨੇ ਕਿ ਅਸੀਂ ਅਗਰ ਤੁਸੀਂ ਮਦਦ ਗੁਜ਼ਾਰਿਸ਼ ਕਰਨੇ ਜੀ ਆਰਮੀ ਚੀਫ ਕੋਲੋਂ ਕਿ ਸਾਡੀ ਤੁਸੀਂ ਇੰਜ ਕਰੋ, ਤੁਸੀਂ ਇੰਜ ਕਰੋ, ਔਰ ਮਦਦ ਵੀ ਉਹਨਾਂ ਕੋਲੋਂ ਮੰਗਦੇ ਨਹੀਂ। ਮੈਂ ਤੇ ਤੁਹਾਡੀ ਗੱਲ ਜਿਹੜੀ ਇੱਥੇ ਰਿਪੀਟ ਕਰਾਂਗਾ, ਅਗਰ ਨਵਾਜ਼ ਸ਼ਰੀਫ ਸਾਹਿਬ ਦਾ ਅਸੀਂ 30 ਸਾਲ ਪਿੱਛੇ ਚਲੇ ਜਾਈਏ, ਇਹਨਾਂ ਦੀ ਅਗਰ ਸਿਆਸਤ 'ਚ ਅਗਰ ਅਸੀਂ ਐਂਟਰੀ ਦੇਖੀਏ ਕਿ ਜਨਰਲ ਜਲਾਨੀ ਦੇ ਜ਼ਰੀਏ ਇਹਨਾਂ ਦੀ ਐਂਟਰੀ ਹੁੰਦੀ ਹੈ, ਉਸ ਤੋਂ ਬਾਅਦ ਜ਼ਿਆ ਹਕ ਸਾਹਿਬ ਦੇ ਪੁੱਤਰ ਬਣਦੇ ਨੇ, ਤੇ ਫਿਰ ਉਸ ਤੋਂ ਬਾਅਦ ਇੱਕ ਸਿਆਸਤ 'ਚ ਕਾਫੀ ਦੇਰ ਜਿਹੜਾ ਨਾ ਇਹ ਮਤਲਬ ਕਿ ਫੌਜ ਦੇ ਨਾਲ ਹੀ ਕੰਮ ਕਰਦੇ ਆਏ ਨੇ, ਤੇ ਹੁਣ ਅਚਾਨਕ ਵੈਸੇ ਇਹਨਾਂ ਨੂੰ ਇਹ ਮਤਲਬ ਸਾਹਿਬ ਕੀ ਮਸਲਾ ਬਣ ਗਿਆ ਬਾਜਵਾ ਸਾਹਿਬ ਦਾ? ਲੇਕਿਨ ਹੁਣ ਤਾਂ ਦੇਖੋ 3 ਦਫਾ ਵਜ਼ੀਰ ਆਜ਼ਮ ਬਣ ਚੁੱਕੇ ਹੋ ਤੁਸੀਂ, ਇਸ ਤੋਂ ਬਾਅਦ ਹੁਣ ਕੀ ਹੁਣ ਕਰਨਾ ਕੀ ਹੈ? ਠੀਕ ਹੈ, ਹੁਣ ਇਹ ਹੈ ਕਿ ਤੁਸੀਂ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਲਾਜਵਸ ਹੈ, ਕੈਂਸਰ ਮੈਂ ਚੰਦ ਹਫ਼ਤਿਆਂ ਵਾਸਤੇ ਜਾ ਰਿਹਾ, ਲਾਜਵਸ ਸਰ ਵਾਪਸ ਆਉਣਾ, ਕਿਉਂਕਿ ਦੇਖੋ ਅਗਰ ਇਹ ਵਾਪਸ ਆ ਜਾਂਦੇ ਨਾ ਫਿਰ ਉੱਥੇ ਪਾਕਿਸਤਾਨ 'ਚ ਰਹਿ ਕੇ ਤੁਸੀਂ ਤਨਕੀਦ ਕਰੋ, ਲੇਕਿਨ ਅਦਾਰਿਆਂ ਦੇ ਜਿਸ ਤਰ੍ਹਾਂ ਹੁਣ ਬਾਹਰ ਬਹਿ ਕੇ ਤੁਸੀਂ ਤਨਕੀਦ ਕਰ ਰਹੇ ਹੋ, ਇਹਦਾ ਨੁਕਸਾਨ ਜਿਹੜਾ ਪਾਕ ਫੌਜ ਦਾ ਕੋਈ ਵੀ ਮੁਲਕ ਜਿਹੜਾ ਨਾ, ਤੁਸੀਂ ਇੱਥੇ ਰਹਿੰਦੇ ਹੋ, ਕਿਸੇ ਯੂਰਪ ਦੇ ਕਿਸੇ ਨੇ ਕਦੀ ਤੁਸੀਂ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਸਾਡੀ ਫੌਜ ਨੇ ਨਹੀਂ ਕੀਤਾ ਜਾਂ ਨਹੀਂ ਕੀਤਾ, ਉਹ ਕਦੀ ਕੋਈ ਆਪਣੀ ਫੌਜ ਦੇ ਖਿਲਾਫ ਗੱਲ ਕਰਦੇ ਨਹੀਂ ਹੈ। ਔਰ ਹਿੰਦੁਸਤਾਨ ਜਿਹੜਾ ਹੁਣ ਕਹਿ ਰਿਹਾ ਕਿ ਉਹ ਵੀ ਸਾਡੇ ਜ਼ਾਹਿਰ ਤੁਹਾਨੂੰ ਪਤਾ ਕਿ ਫੌਜ ਦੇ ਖਿਲਾਫ ਹੈ, ਲੇਕਿਨ ਉਹਨੇ ਕਦੇ ਆਪਣੀ ਫੌਜ ਦੇ ਖਿਲਾਫ ਗੱਲ ਕੀਤੀ? ਸਹੀ ਬਾਤ, ਉਹਨੇ ਕਦੀ ਗੱਲ ਨਹੀਂ। ਅੱਛਾ ਨਹੀਂ ਬਈ, ਇੱਕ ਤੁਸੀਂ ਗੱਲ ਦੱਸੋ ਕਿ ਇਹੀ ਨਵਾਜ਼ ਸ਼ਰੀਫ ਜਿਹੜਾ ਅੱਜ ਫੌਜ ਦੇ ਖਿਲਾਫ ਗੱਲ ਕਰ ਰਿਹਾ, ਤੇ ਅਸੀਂ 5 ਮਹੀਨੇ ਪਿੱਛੇ ਜਾਵਾਂਗੇ ਕਿ ਇਸੇ ਨਵਾਜ਼ ਸ਼ਰੀਫ ਨੇ ਜਨਰਲ ਬਾਜਵਾ ਨੂੰ ਜਦੋਂ ਪਾਰਲੀਮੈਂਟ 'ਚ ਉਹਨਾਂ ਨੇ ਕਿਹਾ ਸੀ ਆਪਣਾ ਸੁਪਰੀਮ ਕੋਰਟ ਨੇ ਕਿ ਵੋਟ ਲੈ ਕੇ ਆਓ ਪਾਰਲੀਮੈਂਟ 'ਚੋਂ, ਤੇ ਸਾਰੀ ਨੂਨ ਲੀਗ ਨੇ ਵੋਟ ਦਿੱਤੇ। ਜੀ ਉਹ ਕੰਟਰਾਡਿਕਸ਼ਨ ਹੈ ਨਾ, ਕੰਟਰਾਡਿਕਸ਼ਨ ਬਹੁਤ ਡੇਂਜਰਸ ਹੈ। ਜਾਂ ਤਾਂ ਤੁਸੀਂ ਇੱਕ ਲਾਈਨ ਤੇ ਚਲੋ ਨਾ, ਇੱਕ ਹੁੰਦਾ ਕਿ ਬੰਦਾ ਇੱਕ ਲਾਈਨ ਤੇ ਚਲੇ, ਜੋ ਵੀ ਕਨਸੀਕੁਐਂਸਿਸ ਹੋਵੇ ਉਹਨਾਂ ਨੂੰ ਫੇਸ ਕਰੇ। ਸਾਡੇ ਪ੍ਰੋਬਲਮ ਹੈ ਕਿ ਸਾਡੇ
ਇੱਕ 24 ਘੰਟੇ ਬਾਅਦ ਸਟੇਟਮੈਂਟ ਬਦਲ ਲੈਂਦੇ ਨੇ। ਇੱਕ ਦਿਨ ਇੱਕ ਗੱਲ ਕੀਤੀ, ਅਗਲੇ ਦਿਨ ਹੋਰ ਦੂਸਰੀ ਗੱਲ ਕੀਤੀ। ਮੀਆਂ ਸਾਹਿਬ ਬਹੁਤ ਅਰਸੇ ਤੋਂ ਉੱਥੇ ਨੇ ਪਾਕਿਸਤਾਨ ਦੀ ਪੋਲਿਟਿਕਸ ਦੇ ਵਿੱਚ, ਤੇ ਇੰਨਾ ਐਕਸਪੀਰੀਅੰਸ ਉਹਨਾਂ ਨੂੰ ਹੋ ਜਾਣਾ ਚਾਹੀਦਾ ਸੀ ਕਿ ਉਹ ਹੈਂਡਲ ਕਰ ਸਕਣ ਇਸ ਸਿਚੁਏਸ਼ਨ ਨੂੰ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਮੀਆਂ ਸਾਹਿਬ ਨੇ ਮਤਲਬ ਕਿ ਜਿਹੜੇ ਹਾਲਾਤ ਤਬਦੀਲ ਹੋਏ ਨੇ, ਜਿਹੜੇ ਮਾਡਰਨ ਦੌਰ ਦੀ ਪੋਲਿਟਿਕਸ ਹੈ, ਉਹਦੇ ਤਕਾਜ਼ਿਆਂ ਨੂੰ ਉਹ ਬਿਲਕੁਲ ਪੂਰੇ ਨਹੀਂ ਕਰ ਪਾ ਰਹੇ। ਔਰ ਦੂਸਰਾ ਇਹ ਦੇਖਣ ਦੇ ਵਿੱਚ ਆਇਆ ਕਿ ਇਹਨਾਂ ਦੇ ਨਵਾਜ਼ ਸ਼ਰੀਫ ਸਾਹਿਬ ਨੇ ਜਿਤਨੇ ਜਿਹੜੇ ਇਹਨਾਂ ਦੇ ਨਜ਼ਦੀਕ ਕੈਬਨਿਟ ਦੇ ਲੋਕ ਨੇ, ਉਹਨਾਂ ਸਾਰੇ ਲੋਕਾਂ ਨੂੰ ਕਿਹਾ ਕਿ ਤੁਸੀਂ ਬਿਆਨ ਦਿਓ, ਮਤਲਬ ਫੌਜ ਜੀ ਉਹਨਾਂ ਨੇ ਬੜੀ ਔਕਵਰਡ ਸਿਚੁਏਸ਼ਨ 'ਚ ਜਿਹੜੀ ਮੁਸਲਿਮ ਲੀਗ ਪਾਰਟੀ ਹੈ ਨਾ, ਦੇਖੋ ਇੱਥੇ ਜਿਹੜੀ ਪੋਲਿਟਿਕਸ ਹੈ ਪਾਰਟੀ ਦੀ ਬੇਸ ਤੇ ਨਾ, ਤੇ ਉਹ ਪਾਰਟੀ ਦੇ ਵਰਕਰਸ, ਇੱਕ ਆਮ ਵਰਕਰ ਨੂੰ ਵੀ ਬੜੇ ਔਕਵਰਡ ਸਿਚੁਏਸ਼ਨ 'ਚ ਪਾਤਾ ਹੈ। ਮਤਲਬ ਕਿ ਮੁਸਲਿਮ ਲੀਗੀ ਜਿਹੜੇ ਕਾਰਕੁਨ ਨੇ ਜਾਂ ਉਸ ਪਾਰਟੀ ਦੇ ਲੋਕ ਨੇ, ਉਹ ਬੜੀ ਇੱਕ ਡਿਫਿਕਲਟ ਸਿਚੁਏਸ਼ਨ। ਅੱਛਾ ਮਤਲਬ ਤੁਸੀਂ ਕੀ ਸਮਝਦੇ ਹੋ ਕਿ ਇਸ ਸਾਰੀ ਜਿਹੜੀ ਇਹ ਮਤਲਬ ਮਾਮਲਾ ਚੱਲ ਰਹੇ ਨੇ, ਇਹ ਮਰੀਮ ਨਵਾਜ਼ ਦੀ ਮਤਲਬ ਕਿ ਇਹ ਮਤਲਬ ਕਿ ਗਲਤ ਪਾਲਿਸੀ ਹੈ ਜਾਂ ਨਵਾਜ਼ ਸ਼ਰੀਫ ਸਾਹਿਬ ਵੀ ਖੁਦ? ਦੇਖੋ ਪਾਲਿਸੀ ਤੇ ਕੋਈ ਵੀ ਹੈ ਉਹ ਸਾਹਮਣੇ ਤੁਹਾਨੂੰ ਸਾਰੀ ਦੁਨੀਆ ਦੇਖ ਰਹੀ ਹੈ, ਠੀਕ ਹੈ। ਲੇਕਿਨ ਮੈਂ ਇਸ ਤੁਹਾਡੇ ਕੋਲ ਥੋੜੀ ਗੱਲ ਕਰਾਂਗਾ ਕਿ ਅਸੀਂ ਲੋਕ ਹਮੇਸ਼ਾ ਦੇਖਦੇ ਹਾਂ ਕਿ ਹੁਣ ਨਵਾਜ਼ ਸ਼ਰੀਫ ਸਾਹਿਬ ਆਏ ਨਾ, ਉਹਨਾਂ ਦੀ ਹੁਣ ਬੇਟੀ ਅੱਗੇ ਆ ਗਈ, ਠੀਕ ਹੈ। ਉਧਰੋਂ ਦੂਜੀ ਸਾਈਡ ਤੇ ਦੇਖੋ ਨਸਲ ਤੁਸੀਂ ਅਗਰ ਜਮਹੂਰੀਅਤ ਦਾ ਤੁਸੀਂ ਇੰਨਾ ਰੋਲਾ ਪਾਉਂਦੇ ਜੇ, ਆਪਣੀ ਪਾਰਟੀ ਅੰਦਰ ਜਮਹੂਰੀਅਤ ਲੈ ਕੇ ਆਓ, ਕਿਸੇ ਦੂਸਰੇ ਬੰਦੇ ਨੂੰ, ਤੀਸਰੇ ਬੰਦੇ ਨੂੰ ਸਦਰ ਬਣਾ ਦਿਓ, ਚੇਅਰਮੈਨ ਬਣਾ ਦਿਓ, ਫਿਰ ਪਤਾ ਚੱਲਦਾ ਕਿ ਹਾਂਜੀ ਅਗਲੇ ਦਿਨ ਮੇਰੀ ਇੱਕ ਦੋਸਤ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਯਾਰ ਅਸੀਂ ਉਹ ਨਸਲ ਜਿਹੜੇ ਨਾ ਹੁਕਮਰਾਨ ਇਬਨ ਹੁਕਮਰਾਨ, ਉਹਨਾਂ ਦੇ ਆਉਣ ਵਾਲੀਆਂ ਨਸਲਾਂ ਜਿਹੜੀਆਂ ਸ਼ਰੀਫ ਖਾਨਦਾਨ ਦੀ ਮਲਕ ਸਾਹਿਬ ਟ੍ਰੈਜਡੀ ਹੈ ਕਿ ਉਹਨਾਂ ਨੇ ਆਪਣੀ ਅਗਲੀ ਨਸਲ ਨੂੰ ਬਿਲਕੁਲ ਤਿਆਰ ਹੀ ਨਹੀਂ ਕੀਤਾ ਨਾ। ਮੀਆਂ ਸਾਹਿਬ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਕੋਈ ਤਰਬੀਅਤ ਨਹੀਂ, ਠੀਕ ਹੈ ਨਾ। ਇੰਨੇ ਮਤਲਬ ਕਿ ਉਹ ਵੈਲ ਟੂ ਡੂ ਲੋਕ ਨੇ, ਅਰਬਪਤੀ ਲੋਕ ਨੇ, ਉਹਨਾਂ ਨੂੰ ਚਾਹੀਦਾ ਸੀ ਕਿ ਐਟਲੀਸਟ ਬੱਚਿਆਂ ਨੂੰ ਕਿਸੇ ਜਗ੍ਹਾ ਮਤਲਬ ਕਿ ਕੋਈ ਵਕੀਲ ਹੀ ਬੰਦਾ ਵਕਾਲਤ ਲੰਡਨ 'ਚ ਕੋਈ ਵੱਡਾ ਚੈਂਬਰ ਬਣਾਤਾ, ਭਾਵੇਂ ਆ ਵਕਾਲਤ ਨਾ ਕਰਨ, ਥੱਲੇ 2-3 ਵਕੀਲ ਲਾਇਕ ਰੱਖ ਲੈਣ, ਉਹਨਾਂ ਦੀ ਕੋਈ PR ਸਟੱਡੀ। ਮਰੀਮ ਦੀ ਪਰਸਨੈਲਿਟੀ ਬਹੁਤ ਅੱਛੀ ਹੈ, ਮਰੀਮ ਦੀ ਕੋਈ ਤਰਬੀਅਤ ਨਹੀਂ। ਮਰੀਮ ਮਤਲਬ ਕਿ ਇਹੀ ਮਰੀਮ ਦੀ ਟ੍ਰੇਨਿੰਗ ਹੋਈ ਹੁੰਦੀ, ਮਤਲਬ ਕਹਿੰਦੀ ਕੋਈ ਵੱਡੀ NGO ਹੁੰਦੀ ਵਰਲਡ ਲੈਵਲ ਤੇ। ਅਸੀਂ ਕਈ ਲੋਕਾਂ ਨੂੰ ਜਾਣਦੇ ਹਾਂ ਇੱਥੇ ਬੈਲਜੀਅਮ ਪੋਲਿਟਿਕਸ ਅਸੀਂ ਜਾਣਦੇ ਹਾਂ ਕਿ ਜਿਨ੍ਹਾਂ ਦੇ ਵਾਲਿदैन ਬਹੁਤ ਲਾਇਕ ਸੀ, ਉਹਨਾਂ ਦੇ ਬੱਚੇ ਨੇ ਲਾਇਕ ਨਹੀਂ, ਪਰ ਉਹਨਾਂ ਦੀ PR ਅੱਛੀ ਸੀ, ਆਏ ਨੇ, ਉਹ ਫਿੱਟ ਹੋ ਨੇ, ਉਹਨਾਂ ਨੇ ਵਾਲਿदैन ਨੂੰ ਰਿਪਲੇਸ ਕਰ ਲਿਆ। ਵੱਡੇ ਵੱਡੇ ਲਾਅ ਚੈਂਬਰਸ 'ਚ ਅਸੀਂ ਦੇਖਿਆ। ਪਰ ਮੀਆਂ ਸਾਹਿਬ ਨੇ ਆਪਣੇ ਬੱਚਿਆਂ ਦੀ ਮਤਲਬ ਸ਼ਰੀਫ ਖਾਨਦਾਨ ਇਨ ਜਨਰਲ ਕੋਈ ਟ੍ਰੇਨਿੰਗ ਨਹੀਂ। ਮੀਆਂ ਸਾਹਿਬ ਮੈਨੂੰ ਅਚਾਨਕ ਯਾਦ ਆਇਆ ਕਿ ਚਲੋ ਮੈਂ ਆਪਣੀ ਬੇਟੀ ਨੂੰ ਲਿਆਉਣਾ, ਉਹ ਬਹੁਤ ਡਿਜ਼ਾਸਟਰ। ਮਲਕ ਸਾਹਿਬ ਜਿਹੜਾ ਤੁਸੀਂ ਇੱਕ ਦੇਖਿਆ ਹੋਵੇ ਕਿ ਅਸੈਂਬਲੀ ਦੇ ਵਿੱਚ ਇਆਜ਼ ਸਾਦਕ ਸਾਬਕਾ ਸਪੀਕਰ ਸਾਹਿਬ ਨੇ, ਉਹਨਾਂ ਨੇ ਮੇਰਾ ਮਤਲਬ ਕਿ ਇੱਕ ਬਿਆਨ ਬੜਾ ਅਜੀਬ ਜਿਹਾ ਦਿੱਤਾ ਕਿ ਇੱਕ ਜਿਹੜੀ ਪਾਕਿਸਤਾਨ ਦੀ ਮਤਲਬ ਕਿ 2-3 ਮਹੀਨੇ ਪਹਿਲੇ ਇੱਕ ਚਪਕਲਸ ਛੋਟੀ ਜਿਹੀ ਇੱਕ ਮਤਲਬ ਕਿ ਜਾਹਰਾਨਾ ਪੁਲਿਸ ਜੰਗ ਵੀ ਇੱਕ ਦੂਸਰੇ ਪਾਸੇ ਤਿਆਰੇ ਗਏ ਔਰ ਪਾਕਿਸਤਾਨ ਨੇ 2 ਤਿਆਰੇ ਸਿੱਟੇ ਉਹਨਾਂ ਦੇ, ਔਰ ਉਹਨਾਂ ਦਾ ਉਹ ਕੀ ਆਪਣਾ ਜਿਹੜਾ ਫੜ ਲਿਆ ਸੀ ਆਪਣਾ ਪਾਇਲਟ ਵੀ। ਤੇ ਉਹ ਇਆਜ਼ ਸਾਦਕ ਦਾ ਬਿਆਨ ਤੁਸੀਂ ਸੁਣਿਆ, ਬੜਾ ਅਜੀਬ ਜਿਹਾ ਇੱਕ ਉਹਨਾਂ ਨੇ ਬਿਆਨ ਦਿੱਤਾ ਵੀ ਉੱਥੇ ਲੱਤਾਂ ਕੰਬ ਰਹੀਆਂ ਸੀ ਤੇ ਆਪਣਾ ਮੱਥਿਆਂ ਤੇ ਪਸੀਨੇ ਆਏ ਸੀ ਤੇ ਫੌਜੀ ਜਿਹੜੇ ਡਰੇ ਪਏ ਸੀ ਤੇ ਉਹਨਾਂ ਨੇ ਕਿ ਰਾਤੋਂ ਰਾਤ ਨੂੰ ਪਾਇਲਟ ਵਾਪਸ ਕਰ ਦਿਓ। ਇਹਦੇ ਵਿੱਚ ਕੀ ਹੋਣਾ ਕਿ ਜਦੋਂ ਦੇਖੋ ਜਦੋਂ ਵੀ ਹਕੂਮਤ ਹੁੰਦੀ ਹੈ ਨਾ ਕੋਈ ਪਾਰਟੀ ਨੋਨ ਲੀਡਰ ਹੈ, ਔਰ ਇੰਨੀਆਂ ਤਾਰੀਫਾਂ ਕਰਨਗੀਆਂ ਫੌਜ ਦੀਆਂ, ਠੀਕ ਹੈ, ਕੋਈ ਗੱਲ ਐਸੀ ਹੋਏਗੀ ਉਹ ਉਸ ਵੇਲੇ ਉਹਨਾਂ ਦੇ ਹੀਰੋ ਹੋਣਗੇ, ਠੀਕ ਹੈ। ਹੁਣ ਉਹ ਹਕੂਮਤ 'ਚ ਨਹੀਂ, ਹੁਣ ਉਹਨਾਂ ਦੇ ਉਹ ਜੋ ਕੋਈ ਗੱਲ ਉਹਨਾਂ ਨੂੰ ਪਤਾ ਚੱਲਦੀ ਹੈ ਅੱਗੋਂ ਪਿੱਛੋਂ ਜਾਂ ਵੈਸੇ ਕੋਈ ਪ੍ਰੋਪੇਗੈਂਡਾ ਹੁੰਦਾ ਤੋ ਬਿਲਕੁਲ ਉਹ ਫੌਜ ਦੇ ਖਿਲਾਫ ਇਸ ਤਰ੍ਹਾਂ ਗੱਲ ਕਰਨ ਨੂੰ ਰਹਿੰਦੇ ਨਹੀਂ। ਮਤਲਬ ਕਿ ਕਿਤਨੀ ਵੱਡੀ ਤਾਰੀਖ ਹੈ, ਪੂਰੀ ਦੁਨੀਆ ਨੇ ਦੇਖਿਆ ਕਿ ਪਾਕਿਸਤਾਨ ਨੇ ਉਹਨਾਂ ਦੇ ਤਿਆਰੇ ਸਿੱਟੇ ਔਰ ਪਾਇਲਟ ਫੜਿਆ, ਪੂਰੀ ਦੁਨੀਆ ਉਹ ਤੁਸੀਂ ਸਾਰੀ ਚੀਜ਼ ਨੂੰ ਹੀ ਬਦਲ ਦਿਓ, ਤੁਸੀਂ ਉਹਨੂੰ ਸ਼ਿਕਸਤ 'ਚ ਬਦਲ ਦਿਓ ਤੇ ਉਹ ਆਇਆ ਕਿ ਪੂਰੀ ਕੌਮ ਨੂੰ ਇੱਕ ਤੁਸੀਂ ਇਹ ਸਮਝਦੇ ਕਿ ਸਾਨੂੰ ਫੌਜ ਨੇ ਹਰਵਾਇਆ ਇਲੈਕਸ਼ਨ, ਠੀਕ ਹੈ। ਔਰ ਹਾਲਾਂਕਿ ਐਸਾ ਨਹੀਂ ਸੀ ਕਿ ਉਹ ਹਵਾਈ ਐਸੀ ਜਾ ਰਹੀ ਸੀ ਕਿ ਸਾਰੀ ਦੁਨੀਆ ਜਿਹੜੀ ਹੈ ਨਾ ਉਹ PTI ਦੇ ਜਾ ਰਹੀ ਸੀ, ਉਹਦੇ ਪਿੱਛੇ ਜਾ ਰਹੀ ਸੀ, ਠੀਕ ਹੈ। ਤੋ ਤੁਸੀਂ ਦੇਖ ਲਿਆ ਕਿ ਇੰਨੀਆਂ PTI ਕੋਲ ਇੰਨੀਆਂ ਵੋਟਾਂ ਨਹੀਂ ਕਿ ਖੁਦ ਹਕੂਮਤ ਬਣਾ ਸਕਣ, ਉਹਨਾਂ ਨੂੰ ਵੀ ਅੱਗੋਂ ਪਿੱਛੋਂ ਲੈ ਕੇ ਬਣਾਉਣੀ ਪਈ ਹੈ। ਅਗਰ ਇਸ ਤਰ੍ਹਾਂ ਹੁੰਦਾ ਕੋਈ ਧਾਂਦਲੀ ਹੁੰਦੀ ਤਾਂ ਬਿਲਕੁਲ ਉਹਨਾਂ ਕੋਲ ਮੈਜੋਰਿਟੀ ਹੁੰਦੀ ਕਿ ਉਹ ਆਪਣੇ ਮੁਲਕ ਸਾਰੇ ਆਪਣੇ ਕਾਨੂੰਨ ਵੀ ਪਾਸ ਕਰਾਉਂਦੇ ਸਾਰੇ। ਨਹੀਂ ਤੇ ਇੱਥੇ ਮੈਂ ਤੁਹਾਡੀ ਦੇਖੋ ਨਾ, ਅਗਰ ਇਹਨਾਂ ਨੂੰ ਪਤਾ ਸੀ ਕਿ ਫੌਜ ਨੇ ਸਾਨੂੰ ਇਲੈਕਸ਼ਨ ਹਰਵਾਇਆ ਜਾਂ ਫੌਜ ਨੇ ਆਹ ਕੀਤਾ ਜਾਂ ਫੌਜ ਨੇ ਉਹ ਕੀਤਾ, ਤੇ 5 ਮਹੀਨੇ ਪਹਿਲੇ ਫੌਜ ਨੂੰ ਵੋਟ ਕਿਉਂ ਦਿੱਤਾ? ਮਤਲਬ ਤੁਹਾਡੀ ਦੋਹਰੀ ਪਾਲਿਸੀ ਹੋ ਗਈ। ਇਹਦਾ ਮਤਲਬ ਕਿ ਤੁਸੀਂ ਉਹਨਾਂ ਦੇ ਕੋਲੋਂ ਇੱਕ ਤਵੱਕੋ ਰੱਖੀ ਸੀ ਕਿ ਜਿਹੜੇ ਸਾਡੇ ਦੇ ਉੱਤੇ ਕੇਸ ਨੇ, ਜਿਹੜੇ ਸਾਡੇ ਤੇ ਮਨੀ ਲਾਂਡਰਿੰਗ ਦੇ ਕੇਸ ਨੇ, ਆਇਆ ਫੌਜ ਸਾਨੂੰ ਸ਼ਾਇਦ ਬਚਾ ਲੇਗੀ, ਲੇਕਿਨ ਫੌਜ ਨੇ ਕਿਹਾ ਵੀ ਤੁਸੀਂ ਅਦਾਲਤ 'ਚ ਜਾ ਕੇ ਖੁਦ ਲੜੋ ਤੇ ਤੁਸੀਂ ਫੌਜ ਦੇ ਖਿਲਾਫ ਹੋ। ਮੈਂ ਕਿਹਾ ਜ਼ਾਤੀ ਦੁਸ਼ਮਣੀ ਤੋਂ ਉਤਰ ਆਈ। ਉਹ ਦੇਖੋ ਨਾ ਬਾਜਵਾ ਸਾਹਿਬ ਬੁਲਾਇਆ ਵੀ ਤੇ ਮੀਆਂ ਸਾਹਿਬ ਨਹੀਂ ਸੀ, ਇਹਨਾਂ ਨੂੰ ਲੈ ਕੇ ਵੀ ਬਾਜਵਾ ਸਾਹਿਬ ਨੂੰ ਹੋਈ ਆਏ, ਬਾਜਵਾ ਸਾਹਿਬ ਨੂੰ ਲੈ ਕੇ ਵੀ ਆਏ ਸਨ। ਔਰ ਵਜ੍ਹਾ ਨਹੀਂ ਭਾਈ ਤੁਸੀਂ ਵੀ ਠੀਕ ਕਹਿ ਰਹੇ ਕਿ ਉਹ ਨਾ ਦੇਖਿਆ ਚਲੋ ਕਿ ਸਾਡੇ ਹੋ ਸਕਦਾ ਕਿ ਅਸੀਂ ਇਹਨਾਂ ਨੂੰ ਵੋਟ ਦਈਏ ਤਾਂ ਸਾਡੇ ਜਿੰਨੇ ਮੁਸਲਿਮ ਸਾਲ ਸਾਡੇ ਉਹ ਥੱਲੇ ਫਾਈਲਾਂ ਦਬ ਜਾਣਗੀਆਂ, ਠੀਕ ਹੈ। ਲੇਕਿਨ ਉਹ ਫੌਜ ਵੀ ਕੰਮ ਕਰ ਰਹੀ, ਉਹਨੇ ਕਿਹਾ ਠੀਕ ਹੈ ਤਾਂ ਹਕੂਮਤ ਜੋ ਨਹੀਂ ਦੇਖੋ ਉਹਨਾਂ ਨੇ ਤਾਂ ਸਾਫ਼ ਗੌਰ ਮੇਰੇ ਖਿਆਲ ਇਮਰਾਨ ਖਾਨ ਸਾਹਿਬ ਨੂੰ ਕਹਿ ਰਹੀ ਤੁਸੀਂ ਮੈਰਿਟ ਤੇ ਜੋ ਫੈਸਲਾ ਹੁੰਦਾ ਅਦਾਲਤ ਨੂੰ ਵੀ ਕਿਹਾ ਵੀ ਤੁਸੀਂ ਇੰਡੀਪੈਂਡੈਂਟ ਫੈਸਲੇ ਕਰੋ ਆਪਣੇ। ਜੀ ਜੀ
ਤੇ ਅੱਛਾ ਇੱਕ ਤੁਸੀਂ ਦੇਖ ਰਹੇ ਹੋਣੇ ਕਿ ਆਪਣਾ ਨੀਮ ਸਾਹਿਬ ਮਹਿੰਗਾਈ ਬਹਰਹਾਲ ਪਾਕਿਸਤਾਨ ਦੀ ਕਾਫੀ ਹੈ, ਉਹਦੇ ਵਿੱਚ ਇਮਰਾਨ ਖਾਨ ਸਾਹਿਬ ਜਿਹੜੇ ਨਾਕਾਮ ਨਜ਼ਰ ਆ ਰਹੇ ਨੇ, ਤੁਹਾਡਾ ਕੀ ਖਿਆਲ ਜੀ? ਦੇਖੋ ਇਨਫਲੇਸ਼ਨ ਜਿਹੜੀ ਨਾ ਉਹ ਤਾਂ ਪੂਰੀ ਦੁਨੀਆ 'ਚ ਜ਼ਿਆਦਾ ਹੈ, ਅੱਛਾ ਬਹੁਤ ਜ਼ਿਆਦਾ ਹੈ। ਹੁਣ ਦੇਖੋ ਜੇ ਤੁਸੀਂ ਆਪਣੀ ਮਤਲਬ ਕਿ ਹੁਣ ਪਾਕਿਸਤਾਨ ਜਿਹੜਾ ਨਾ ਇੱਕ ਸਾਈਡ ਪਾਕਿਸਤਾਨ ਦੀ ਜਿਹੜੀ ਨਾ ਬੜੀ ਇੱਕ ਆਈਡੀਅਲ ਸਿਚੁਏਸ਼ਨ ਜੀ ਕਿ ਜਿਹੜੀਆਂ ਬੜੀ ਵਰਲਡ 'ਚ ਇਕਨੋਮਿਕ ਪਾਵਰਸ ਨੇ ਉਹਨਾਂ ਨੂੰ ਪਾਕਿਸਤਾਨ ਦੀ ਇੰਪੋਰਟੈਂਸ ਦਾ ਪਤਾ ਹੈ, ਜੀ ਜੀ ਉਹ ਚਾਹੁੰਦੇ ਨੇ ਕਿ ਪਾਕਿਸਤਾਨ ਉਹਨਾਂ ਦੇ ਨਾਲ ਚੱਲੇ। ਜੀ ਜੀ ਠੀਕ ਹੈ, ਹੁਣ ਇਹਨਾਂ ਦੀ ਕੰਪਨੀਆਂ ਉੱਥੇ ਇਨਵੈਸਟ ਕਰ ਰਹੀਆਂ ਨੇ। ਜੇ ਤੁਸੀਂ ਪਾਕਿਸਤਾਨ ਦੇ ਪ੍ਰਾਈਵੇਟ ਚੈਨਲਸ ਦੇਖੋ ਤੇ ਤੁਹਾਨੂੰ ਲੋਗੋਸ ਨਜ਼ਰ ਆਣਗੇ ਮਲਟੀਨੈਸ਼ਨਲ। ਜੀ ਜੀ ਹਾਂ, ਲੇਕਿਨ ਜੇ ਤੁਸੀਂ ਚਾਹੁੰਦੇ ਹੋ ਕਿ ਇਨਵੈਸਟਮੈਂਟ ਉੱਥੇ ਹੋਵੇ ਤੇ ਤੁਹਾਨੂੰ ਇਨਫਲੇਸ਼ਨ ਦਾ ਇੱਕ ਰੇਟ ਰੱਖਣਾ ਪਵੇਗਾ। ਉਸ ਤੋਂ ਥੱਲੇ ਜੇ ਤੁਸੀਂ ਇਨਫਲੇਸ਼ਨ ਲੈ ਕੇ ਜਾਓਗੇ ਪ੍ਰਾਈਸਿਸ ਤੇ ਫੋਰਨ ਇਨਵੈਸਟਰ ਤੁਹਾਡਾ ਨਹੀਂ ਆਏਗਾ। ਜੀ ਜੀ ਉਹ ਦੂਸਰਾ ਨਹੀਂ ਭਾਈ, ਦੇਖੋ ਕਿ ਕੋਈ ਵੀ ਹੁਕੂਮਤ ਆਏ, ਅਗਰ ਚਲੋ ਅਸੀਂ ਕਹਿ ਰਹੇ ਨੇ ਕਿ ਕੱਲ ਨੂਨ ਲੀਗ ਆ ਜਾਂਦੀ ਹੈ, ਪੀਪਲ ਪਾਰਟੀ ਜਾਂਦੀ, ਕਦੀ ਵੀ ਇਹ ਮਹਿੰਗਾਈ ਨੂੰ ਉੱਥੇ ਨਹੀਂ ਲਿਆ ਸਕਦੇ ਜਿੱਥੇ ਪਹਿਲਾਂ। ਹਾਂ, ਨੂਨ ਲੀਗ ਦਾ ਇਹ ਰਿਹਾ ਹੈ, ਨੂਨ ਲੀਗ ਤੇ ਪੀਪਲਸ ਪਾਰਟੀ ਦਾ ਇਹ ਰਿਹਾ ਹੈ ਕਿ ਇਹਨਾਂ ਨੇ ਆਪਣੇ ਇਰਦ ਗਿਰਦ ਇੱਕ ਸਰਕਲ ਬਣਾ ਲਿਆ ਸੀ, ਸਰਕਲ ਦੇ ਲੋਕਾਂ ਨੂੰ ਨਵਾਜ਼ ਦਿੱਤਾ ਸੀ, ਉਹ ਜਿਹੜੇ ਉੱਤੇ ਇੱਕ ਖਾਸ ਹਲਕਾ ਸੀ, ਇਸ ਵਾਸਤੇ ਇਹਨਾਂ ਦੀ ਗੱਲਾਂ ਦਬ ਜਾਂਦੀਆਂ ਸੀ। ਲੇਕਿਨ ਜੇ ਤੁਸੀਂ ਫੇਰ ਹੋ ਕੇ ਚੱਲੋ ਤੇ ਵਾਕਈ ਮਹਿੰਗਾਈ ਜ਼ਿਆਦਾ ਹੈ, ਪਰ ਤੁਹਾਨੂੰ ਮਤਲਬ ਕਿ ਇਹ ਥੋੜਾ ਜਿਹਾ ਉਹਦਾ ਮੁਤਬਾਦਲ ਹੈ ਨਾ ਕਿ ਤੁਸੀਂ ਸੋਸ਼ਲ ਸਿਕਿਉਰਿਟੀ ਦੇ ਇਦਾਰਿਆਂ ਨੂੰ ਮਜ਼ਬੂਤ ਕਰੋ ਤੇ ਲੋਕਾਂ ਨੂੰ ਐਜੂਕੇਟ ਕਰੋ ਕਿ ਸਾਡੇ ਐਜੂਕੇਟ ਕਰੋ ਕਿ ਲੋਕ ਫਜ਼ੂਲ ਖਰਚੀ ਨਾ ਕਰਨ। ਸਹੀ ਬਾਤ ਹੈ, ਇੱਕ ਇਹ ਵੀ ਗੱਲ ਹੈ। ਦੂਸਰਾ ਲੋਕਾਂ ਸੋਸ਼ਲ ਸਿਕਿਉਰਿਟੀ ਦੇ ਜਿਹੜੇ ਇਦਾਰੇ ਨੇ ਆਪਣੇ ਲੋਕਲ ਲੈਵਲ ਤੇ ਮਿਊਨਿਸਪਲ ਲੈਵਲ ਤੇ ਉਹਨਾਂ ਨੂੰ ਡਿਵੈਲਪ ਕਰੋ। ਅੱਛਾ ਨਹੀਂ ਸਾਹਿਬ, ਮੈਂ ਦੇਖ ਰਿਹਾ ਕਿ ਇਹ ਮਹਿੰਗਾਈ ਪੂਰੀ ਯੂਰਪ 'ਚ ਵੀ ਕਾਫੀ ਹੋਈ ਹੈ, ਲੇਕਿਨ ਦੇਖੇ ਇੱਥੇ ਮਤਲਬ ਯਾਦ ਕਰ ਲਓ ਕਿ ਲੋਕਾਂ ਨੂੰ ਫੈਸਿਲਿਟੀ ਨੇ ਜ਼ਿਆਦਾ ਖੱਪ ਨਹੀਂ ਹੈਗੀ। ਨਹੀਂ, ਇੱਕ ਦੇਖੋ ਇੱਥੇ ਤੇ ਪ੍ਰੋਬਲਮ ਇੱਥੇ ਵੀ ਹੈ, ਮਹਿੰਗਾਈ ਵੀ ਬਹੁਤ ਹੈ। ਇੱਕ ਤਾਂ ਇੱਥੇ ਸੋਸ਼ਲ ਸਿਕਿਉਰਿਟੀ ਜਿਹੜੇ ਇਦਾਰੇ ਨੇ ਉਹ ਕਵਰ ਕਰ ਲੈਂਦੇ ਨੇ। ਦੂਸਰੀ ਗੱਲ ਹੈ ਸ਼ਫੀਕ ਸਾਹਿਬ, ਇੱਥੇ ਸੋਸ਼ਲ ਪ੍ਰੈਸ਼ਰ ਨਹੀਂ। ਜੇ ਤੁਸੀਂ ਆਪਣੇ ਘਰ 'ਚ ਪਿਆਜ਼ ਦੇ ਨਾਲ ਰੋਟੀ ਖਾ ਰਹੇ ਹੋ ਨਾ, ਤੁਹਾਡੇ ਤੋਂ ਕੋਈ ਉਂਗਲ ਨਹੀਂ ਚੁੱਕੇਗਾ, ਤੁਹਾਡੇ ਜ਼ਾਤੀ ਪ੍ਰੋਬਲਮ 'ਚ ਕੋਈ ਦਖਲ ਨਹੀਂ ਦੇਗਾ। ਤੁਸੀਂ ਇੱਥੇ ਭਾਵੇਂ ਜਿੰਨੇ ਮਰਜ਼ੀ 5 ਰੁਪਏ ਦੀ ਪੈਂਟ ਪਾ ਲਓ, 100 ਰੁਪਏ ਦੀ ਪੈਂਟ ਪਾ ਲਓ, ਤੁਹਾਡਾ ਕਿਸੇ ਦਾ ਪ੍ਰੋਬਲਮ ਨਹੀਂ। ਪਾਕਿਸਤਾਨ 'ਚ ਤੁਸੀਂ ਮੈਨੂੰ 5 ਰੁਪਏ ਦੀ ਪੈਂਟ ਪਾ ਕੇ ਦਿਖਾਓ, ਤੁਹਾਡੇ ਖਾਨਦਾਨ ਵਾਲੇ ਤੁਹਾਡਾ ਜੀਣਾ ਹਰਾਮ ਕਰ ਦੇਣਗੇ। ਪਾਕਿਸਤਾਨ ਦੀ ਸਿਚੁਏਸ਼ਨ ਦੇਖ ਰਹੇ ਹਾਂ, ਮੈਟੀਰੀਅਲਿਜ਼ਮ ਜਿਹੜਾ ਨਾ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਬੜੀ ਅੱਛੀ ਗੱਲ ਕੀਤੀ। ਜਿਹੜਾ ਵੇਲਾ ਬੰਦਾ ਨੇ ਕਲਫ ਲਾਈ सूट है ਵਿੱਚ ਫਸਿਆ ਹੁੰਦਾ सर पाकिस्तान की पूरी मुस्लिम वर्ल्ड ਖਾਸ ਤੌਰ ਤੇ 9/11 ਤੋਂ ਬਾਅਦ ਮੁਸਲਿਮ ਵਰਲਡ ਦਾ ਇੱਕ ਪ੍ਰੋਬਲਮ ਹੋ ਰਿਹਾ ਕਿ ਉੱਥੇ ਇੱਕ ਮਿਡਲ ਕਲਾਸ ਜਿਹੜੀ ਨਾ ਉਹ ਇੱਕ ਹਾਇਰ ਮਿਡਲ ਕਲਾਸ ਉੱਤੇ ਆ ਗਈ। ਜੀ ਜੀ, ਉਹ ਲੋਕ ਜਿਹੜੇ ਨੇ ਉਹ ਮਾਡਲ ਫੈਸ਼ਨ 'ਚ ਉਹ ਮਾਡਲ ਬਣ ਕੇ ਚੱਲ ਰਹੇ ਨੇ। ਤੁਸੀਂ ਮਰਾਕਸ਼ ਤੋਂ ਸ਼ੁਰੂ ਕਰੋ, ਜਕਾਰਤਾ ਤੱਕ ਜਾਓ। ਇਹ ਮਰਾਕਸ਼ 'ਚ ਤੁਸੀਂ ਦੇਖ ਲਓ, ਜੇ ਉੱਥੇ ਬੱਚੀਆਂ ਯੂਨੀਵਰਸਿਟੀ ਜਾਂਦੀਆਂ ਨੇ, ਜੇ ਇੱਕ ਬੱਚੀ ਦਾ ਹਿਜਾਬ, ਉਹਦਾ ਪਰਸ, ਉਹਦੇ ਜੁੱਤੀਆਂ ਮੈਚ ਨਾ ਕਰਨ, ਉਹਨੂੰ ਇੰਨੀ ਹਰੈਸਮੈਂਟ ਹੁੰਦੀ ਹੈ ਵਿਚਾਰੀ, ਮੈਂਟਲ ਬਿਲਕੁਲ ਸਹੀ। ਇਹ ਪ੍ਰੋਬਲਮ ਇੱਥੇ ਪ੍ਰੋਬਲਮ ਹੈ, ਪਰ ਬਹੁਤ ਮਹਦੂਦ ਹਲਕਿਆਂ ਦੇ ਵਿੱਚ। ਚਲੋ ਜੀ, ਅੱਲਾਹ ਤਾਲਾ ਖੈਰ ਕਰੇ। ਲੇਕਿਨ ਇੱਕ ਪਾਕ ਫੌਜ ਨੂੰ ਸਾਡਾ ਸਲਾਮ ਹੈ, ਉਹਨਾਂ ਨੇ ਮਤਲਬ ਜੋ ਪਾਕਿਸਤਾਨ ਜੀ ਬਿਲਕੁਲ, ਮੈਂ ਤੁਹਾਨੂੰ ਇੱਕ ਸ਼ਫੀਕ ਸਾਹਿਬ ਐਂਡ ਤੇ ਤੁਹਾਨੂੰ ਇੱਕ ਗੱਲ ਦੱਸਦਾ। ਬਿਲਕੁਲ, ਦੇਖੋ ਪਾਕ ਫੌਜ ਦੀ ਕੁਰਬਾਨੀਆਂ ਤਾਂ ਹੈ ਨਾ ਮਤਲਬ ਅੱਜ ਕੱਲ ਦੇ ਦੌਰ 'ਚ ਤੇ ਸਪੈਸ਼ਲੀ ਪਾਕਿਸਤਾਨ ਜਿਹੜਾ ਨਾ ਆਰਮੀ ਤੋਂ ਬਗੈਰ ਨਹੀਂ ਚੱਲ ਸਕਦਾ। ਜੇ ਤੁਹਾਡੀ ਆਰਮੀ ਸਟਰੋਂਗ ਨਹੀਂ, ਕੋਈ ਵੀ ਮੁਲਕ, ਤੁਸੀਂ ਜਿੰਨੇ ਮਰਜ਼ੀ ਲਾਇਕ ਹੋਵੋ, ਤੁਸੀਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਵੋ, ਜੇ ਤੁਹਾਡੇ ਕੋਲ ਪਾਵਰ ਨਹੀਂ, ਤੁਹਾਡੀ ਕੋਈ ਇੱਜ਼ਤ ਨਹੀਂ ਕਰਦਾ। ਮੈਂ ਅਫਰੀਕਾ 'ਚ ਬਹੁਤ ਐਸੇ ਮੁਲਕਾਂ ਨੂੰ ਜਾਣਦਾ ਕਿ ਜਿੱਥੇ ਦੀ ਆਵਾਮ ਬਹੁਤ ਅੱਛੀ ਹੈ, ਬੜੀ ਲਾਇਕ ਹੈ, ਲੇਕਿਨ ਉਹਨਾਂ ਵਿਚਾਰਿਆਂ ਦੀ ਪਾਵਰ ਨਹੀਂ, ਉਹਨਾਂ ਦੀ ਆਰਮੀ ਕਮਜ਼ੋਰ ਹੈ, ਉਹਨਾਂ ਕੋਲ ਇੰਨੇ ਪੈਸੇ ਨਹੀਂ, ਔਰ ਆਰਮੀ ਮਜ਼ਬੂਤ। ਇੱਕ ਤੇ ਉਹਨਾਂ ਕੋਲ ਪੈਸੇ ਕੋਈ ਨਹੀਂ, ਜੇ ਉਹਨਾਂ ਨੂੰ ਕੋਈ ਸਸਤੇ, ਫॉर ਐਗਜ਼ਾਮਪਲ ਮੈਂ ਤੁਹਾਨੂੰ J-17 ਥੰਡਰ ਦੀ ਮਿਸਾਲ ਦਿੰਦਾ। ਕਈ ਐਸੇ ਕੰਟਰੀ ਨੇ ਜਿਹੜਾ ਕਿ J-17 ਥੰਡਰ ਲੈਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਜਿਹੜੀਆਂ ਦੂਸਰੀ ਵੱਡੀ ਅਸਲੇ ਦੀ ਕੰਪਨੀਆਂ ਨੇ ਉਹਨਾਂ ਨੂੰ ਅੱਖਾਂ ਦਿਖਾ ਦਿੰਦੀਆਂ ਨੇ, ਉਹ ਵਿਚਾਰੇ ਚੁੱਪ ਕਰ ਜਾਂਦੇ ਨੇ। ਬਿਲਕੁਲ ਠੀਕ ਹੈ ਨਾ, ਉਹਨਾਂ ਦੇ ਐਸੇ ਸਕੈਂਡਲ ਉੱਥੇ ਬਣਾ ਦਿੱਤੇ ਗਏ ਨੇ ਕਿ ਉਹ ਵਿਚਾਰੇ ਨੇ ਜ਼ਰੂਰਤ ਨਹੀਂ ਪੈ ਰਹੀ ਕਿ ਉਹ ਲੈਣ। ਸਹੀ ਬਾਤ ਹੈ। ਲੇਕਿਨ ਠੀਕ ਹੈ ਜੀ, ਬਿਲਕੁਲ ਪਾਕ ਫੌਜ ਦੀਆਂ ਜਿਹੜੀਆਂ ਮਤਲਬ ਕਿ ਸਲਾਹੀਤਾਂ ਔਰ ਜਿਹੜੀਆਂ ਖਿਦਮਾਤ ਨੇ, ਉਹਨਾਂ ਨੂੰ ਮਤਲਬ ਕਿ ਇਹ ਨੂਨ ਲੀਗ ਨੂੰ ਚਾਹੀਦਾ ਕਿ ਇਹ ਆਪਣੀ ਜਿਹੜੀ ਇੱਕ ਪ੍ਰੋਪਗੈਂਡਾ ਨੂੰ ਬੰਦ ਕਰਨਾ ਚਾਹੀਦਾ। ਅੱਛਾ, ਤੇ ਨਈਮ ਸਾਹਿਬ ਤੁਹਾਡੀ ਜਿਹੜੀ ਉਹ POC ਸੀ ਬੈਲਜੀਅਮ ਦੇ ਵਿੱਚ, ਮਾਸ਼ਾਅੱਲਾ, ਉਹ ਇਸ ਟਾਈਮ ਜੀ ਉਹ ਸਟਾਰਟ ਅਸੀਂ ਬੜਾ ਡਾਇਨਾਮਿਕ ਲਿਆ, ਪਰ ਤੁਹਾਨੂੰ ਪਤਾ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ, ਵਰਕਰ ਸਾਡੇ ਜਿਹੜੇ ਮਾਸ਼ਾਅੱਲਾ ਉਹ ਤੇ ਬੜੇ ਮੋਟੀਵੇਟਿਡ ਨੇ, ਫੋਨ ਆਉਂਦੇ ਰਹਿੰਦੇ ਨੇ, ਲੋਕ ਵੀ ਪੁੱਛਦੇ ਨੇ ਕਿ ਅਗਲਾ ਪ੍ਰੋਗਰਾਮ ਕਦੋਂ ਹੋਏਗਾ, ਤੇ ਇਨਸ਼ਾਅੱਲਾ ਰੱਬ ਨੇ ਚਾਹਿਆ ਤੇ ਇਹ ਦਸੰਬਰ ਤੋਂ ਬਾਅਦ ਨਿਊ ਈਅਰ ਜਿਹੜਾ ਤੋਂ ਬਾਅਦ ਇਨਸ਼ਾਅੱਲਾ ਜਨਵਰੀ ਦੇ ਵਿੱਚ ਐਕਸਪੈਕਟਡ ਹੈ ਕਿ ਇਨਸ਼ਾਅੱਲਾ ਇੱਕ ਬੜਾ ਪ੍ਰੋਗਰਾਮ ਕਰਾਂਗੇ। ਤੇ ਜਿਹੜਾ ਤੁਸੀਂ ਸਾਨੂੰ ਅੱਜ ਦੱਸ ਰਹੇ ਸੀ ਮਾਸ਼ਾਅੱਲਾ, ਬਲਕਿ ਅਸੀਂ ਤੁਹਾਨੂੰ ਮੁਬਾਰਕਬਾਦ ਵੀ ਦੇਣੀ ਸੀ ਕਿ ਤੁਹਾਡੀ ਜਿਹੜੀ ਉਹਨਾਂ ਦੀ ਮੈਂਬਰਸ਼ਿਪ 500 ਬੰਦੇ ਤੱਕ ਤੁਸੀਂ ਉਹ ਪਹੁੰਚ ਗਏ ਹੋ। ਜੀ ਜੀ, ਤੇ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ। ਮਾਸ਼ਾਅੱਲਾ ਸਾਡਾ ਅੱਛਾ ਹੈ, ਸਾਡੀ ਕੁਆਲਿਟੀ ਤੇ ਕੁਆਂਟੀਟੀ ਜਿਹੜੀ ਨਾ ਅੱਛੀ ਰੇਸ਼ੋ ਹੈ, ਸਾਡੀ ਕੁਆਲਿਟੀ ਵੀ ਠੀਕ ਹੈ ਤੇ ਕੁਆਂਟੀਟੀ ਵੀ ਮਾਸ਼ਾਅੱਲਾ ਅੱਛੀ ਵੱਧ ਰਹੀ ਹੈ। ਆਇਆ ਕੋਈ ਫਿਊਚਰ 'ਚ ਕਿ ਤੁਹਾਡਾ ਕੋਈ ਪ੍ਰੋਗਰਾਮ, ਕੋਈ ਮਤਲਬ ਕਿ ਲਾਏਅਮਲ ਜਿਹੜਾ ਕੋਈ ਮਤਲਬ ਕਰੋਨਾ ਤੋਂ ਬਾਅਦ ਕੋਈ ਜਨਵਰੀ 'ਚ ਤੁਸੀਂ ਦੱਸ ਰਹੇ ਸੀ ਕੋਈ? ਜੀ ਮਾਸ਼ਾਅੱਲਾ ਇੱਕ ਬੜਾ ਪ੍ਰੋਗਰਾਮ ਕਰਾਂਗੇ ਤੇ ਸਭ ਦੋਸਤਾਂ ਕੋਲ ਮਸ਼ਵਰਾ ਕਰਕੇ ਆਪਣੀ ਜਿਹੜੀ ਸਟ੍ਰੈਟਜੀ ਹੈ ਉਹਨੂੰ ਅਸੀਂ ਰਿਵਾਈਜ਼ ਕਰਾਂਗੇ, ਕੁਝ ਨਵੇਂ ਆਈਡੀਆਜ਼ ਲੋਕਾਂ ਦੇ ਇਕੱਠੇ ਕਰਕੇ ਤੇ ਕਾਮਨ ਕੰਸੈਂਸਸ ਦੇ ਨਾਲ ਇੱਕ ਨਵੀਂ ਸਟ੍ਰੈਟਜੀ ਬਣਾਵਾਂਗੇ। ਦੇਖੋ ਜੀ ਇਨਸ਼ਾਅੱਲਾ ਅੱਲਾਹ ਤਾਲਾ ਤੁਹਾਨੂੰ ਤੁਹਾਡੇ ਮਕਸਦ 'ਚ ਕਾਮਯਾਬ ਕਰੇ। ਜੀ ਮਲਕ ਸਾਹਿਬ, ਤੁਸੀਂ ਕੋਈ ਜਾਂਦਿਆਂ ਕੋਈ ਨਾਜ਼ਰੀਨ ਵਾਸਤੇ ਕੋਈ? ਨਹੀਂ, ਬਸ ਉਹੀ ਹੈ ਕਿ ਕੋਈ ਪਾਕ ਫੌਜ ਜਿਹੜੀ ਹੈ ਸਾਡੀ, ਆਪਣੇ ਦੇਖੋ ਹਰ ਪਾਕਿਸਤਾਨ ਦਾ ਹਰ ਜਿਹੜਾ ਘਰ ਹੈ ਨਾ, ਉਹਦਾ ਇੱਕ ਕੋਈ ਨਾ ਕੋਈ ਬੰਦਾ ਲਾਜ਼ਮੀ ਹੁੰਦਾ ਹੈ ਫੌਜ ਵਿੱਚ। ਠੀਕ ਹੈ ਜੀ ਜੀ ਜੀ। ਤੋ ਸਮਝੋ ਕਿ ਵੀ ਤੁਹਾਡਾ ਇੱਕ ਉਹ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ
ਇਹ ਵਾਹਿਦ ਅਦਾਰਾ ਹੈ ਜਿਹਦੇ ਤੇ ਸਿਆਸਤਦਾਨ ਜਿਹੜੇ ਨਾ ਗ੍ਰਿਫਤ ਨਹੀਂ ਕਰ ਸਕੇ ਆਪਣੇ। ਜੀ ਠੀਕ ਹੈ, ਅਗਰ ਇਹਨਾਂ ਦਾ ਬਸ ਚੱਲਦਾ ਤੇ ਵੀ ਉਸ ਤਰ੍ਹਾਂ ਹੀ ਹੋਣਾ ਸੀ ਜਿਸ ਤਰ੍ਹਾਂ ਪੰਜਾਬ ਪੁਲਿਸ ਸਰ ਜਾਂ ਪਾਕਿਸਤਾਨ ਦੀ ਮੈਂ ਪੁਲਿਸ ਇੱਥੇ ਬਲਕਿ ਤੁਹਾਨੂੰ ਕਹਾਂਗਾ ਕਿ ਅਗਰ ਤੁਹਾਡੀ ਪਾਕ ਫੌਜ ਨਾ ਹੁੰਦੀ ਤੇ ਇੰਡੀਆ ਨੇ ਹੁਣ ਤੱਕ ਤੁਹਾਡੀਆਂ ਕਨਾਲੀਆਂ ਤੇ ਤੁਹਾਡੀਆਂ ਤੁਹਾਡੇ ਤਵੇ ਸਾਰੇ ਚੁੱਕ ਕੇ ਲੈ ਜਾਣੇ ਸੀ। ਇਹ ਬਲਕਿ ਪਾਕ ਫੌਜ ਨੂੰ ਸਲਾਮ ਹੈ ਕਿ ਅੱਜ ਤੱਕ ਤੁਸੀਂ ਇੱਕ ਇਹ ਤੇ ਮੈਂ ਤੁਹਾਨੂੰ ਸਾਫ਼ ਦੱਸ ਦਵਾਂ ਕਿ ਇਹ ਸਪੈਸ਼ਲੀ ਜਦੋਂ ਦਾ ਸੋਵੀਅਤ ਯੂਨੀਅਨ ਖਤਮ ਹੋਇਆ ਹੈ, ਵਾਰਸਾ ਪੈਕਟ ਖਤਮ ਹੋਇਆ, ਉਸ ਤੋਂ ਬਾਅਦ ਤੇ ਦੁਨੀਆ ਦੇ ਵਿੱਚ ਖੁੱਲੀ ਬਦਮਾਸ਼ੀ ਹੈ। ਬਦਮਾਸ਼ੀ ਤੁਹਾਨੂੰ ਨਜ਼ਰ ਨਹੀਂ ਆ ਰਹੀ, ਪਰ ਜਿੰਨੀ ਬਦਮਾਸ਼ੀ ਅੱਜ ਹੋ ਰਹੀ ਹੈ ਹੁਣ ਦੇਖੋ ਨਾ, ਅੱਜ ਦਾ ਤੁਸੀਂ ਦੇਖ ਲਓ ਕਿ ਉਹ ਟਰੰਪ ਉਹਦਾ ਪ੍ਰੈਸ ਕਾਨਫਰੰਸ ਸੀ ਉਹ ਟੀਵੀ ਨੇ ਬੰਦ ਕਰ ਛੱਡੀ ਸੀ। ਦੇਖ ਲਓ, ਹਾਲਾਂਕਿ ਸਦਰ ਆ ਇੰਨੇ ਹੀ ਉਹਦੇ ਪਿੱਛੇ ਜਿਹੜੀ ਐਸਟੈਬਲਿਸ਼ਮੈਂਟ ਅੱਛਾ ਸੱਚ ਜਾਂਦੇ ਨੇ ਆਪਣਾ ਨਿੰਬੇ ਅਮਰੀਕਾ ਦੇ ਇਲੈਕਸ਼ਨ 'ਚ ਜੇ ਟਰੰਪ ਸਾਹਿਬ ਹਾਰ ਗਏ ਨੇ ਉਹਨਾਂ ਨੇ ਵੀ ਸੱਚ ਇਲਜ਼ਾਮ ਲਾ ਛੱਡਿਆ ਕਿ ਜਿਹੜਾ ਮੈਨੂੰ ਮਤਲਬ ਕਿ ਇੱਥੇ ਦੀ ਹਾਰਮੀ ਨੇ ਹਰਵਾਤਾ ਤੇ ਇਹ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪਾਵਰਫੁਲ ਇੱਕ ਮੁਲਕ ਹੈ ਜੀ। ਉਹ ਬਸ ਉਹਨਾਂ ਦਾ ਮਜ਼ਾਜ ਐਸਾ ਨਾ ਟਰੰਪ ਸਾਹਿਬ ਜਿਹੜੇ ਤੇ ਮੈਂ ਅਸੀਂ ਸੋਚਦੇ ਸੀ ਪਾਕਿਸਤਾਨ 'ਚ ਹੁੰਦਾ, ਅਮਰੀਕਾ 'ਚ ਵੀ ਇਹ ਕੰਮ ਹੋ ਗਿਆ ਕੱਲ ਕਹਿੰਦੇ ਨਹੀਂ। ਉਹ ਬਸ ਉਹਨਾਂ ਦਾ ਉਹਨਾਂ ਨੇ ਰਿਜ਼ਲਟ ਮੰਨਣ ਤੋਂ ਇਨਕਾਰ ਕਰ ਦਿੱਤਾ। ਹਾਂ, ਟਰੰਪ ਸਾਹਿਬ ਦਾ ਮਜ਼ਾਜ ਐਸਾ ਹੈ ਨਾ ਕਿ ਉਹ ਐਕਸਪੈਕਟ ਕਰ ਰਹੇ ਸੀ ਕਿ ਮੈਂ ਜਿੱਤ ਜਾਵਾਂਗਾ ਤੇ ਹੁਣ ਉਹ ਹਾਰ ਜਿਹੜੀ ਕਿਉਂਕਿ ਉਹਨਾਂ ਦੀ ਤਾਰੀਖ ਜਿਹੜੀ ਇਸ ਤਰ੍ਹਾਂ ਹੀ ਹੈ ਨਾ ਕਿ ਹਮੇਸ਼ਾ ਸਦਰ ਜਿਹੜਾ ਹੁੰਦਾ ਨਾ ਉਹ ਦੋ ਵਾਰੀ ਮਤਲਬ ਟਰੰਪ ਨੇ ਦੋ ਵਾਰੀ ਬਣਦਾ। ਐਸਟੈਬਲਿਸ਼ਮੈਂਟ ਨੇ ਵੀ ਇਲਜ਼ਾਮ ਜਿਹੜਾ ਲਾਤਾ ਨਾ, ਮਤਲਬ ਕਿ ਉਹ ਜਿਹੜਾ ਇੱਕ ਬੜੀ ਇੱਕ ਸੂਰਤ-ਹਾਲ ਪੈਦਾ ਹੋਈ ਹੈ ਤੇ ਥੋੜਾ ਸਾਨੂੰ ਹੌਸਲਾ ਆ ਰਿਹਾ। ਮਤਲਬ ਪਾਕਿਸਤਾਨ 'ਚ ਨਹੀਂ ਦੂਜੇ ਮੁਲਕਾਂ 'ਚ ਵੀ ਇਹੀ ਚੀਜ਼ਾਂ ਹੁੰਦੀਆਂ ਨੇ। ਹਰ ਮੁਲਕ 'ਚ ਇਹ ਚੀਜ਼ਾਂ ਹੁੰਦੀਆਂ ਨੇ, ਪਰ ਪਾਕਿਸਤਾਨ 'ਚ ਜ਼ਰਾ ਸਾਡੇ ਜ਼ਰਾ ਜ਼ਿਆਦਾ ਨਜ਼ਰ ਆ ਜਾਂਦੀਆਂ ਨੇ। ਸਾਡਾ ਪ੍ਰੈਸ ਜਿਹੜਾ ਨਾ ਉਹ ਬਹੁਤ ਜ਼ਿਆਦਾ ਫਰੋਸ਼ਾਲਦਾ ਹੈ ਨਾ ਇਹਨਾਂ ਚੀਜ਼ਾਂ ਨੂੰ। ਤੇ ਨਈਮ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਜਿਹੜੇ ਯੂਰੋ ਪੰਜਾਬੀ ਸ਼ੋਅ ਟਾਈਮ ਨੂੰ ਟਾਈਮ ਦਿੱਤਾ। ਤੇ ਨਾਜ਼ਰੀਨ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਤੇ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਅੱਲਾਹ ਹਾਫਿਜ਼।